ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 396 ਅੰਗ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ ਜੀ। ਅੰਗ 396। ਇਹ ਮਾਈਕ ਖੁੱਲ੍ਹਾ ਹੈ ਕਿਸੇ ਦਾ, ਪਲੀਜ਼। ਜੁਗਰਾਜ ਸਿੰਘ ਜੀ ਦਾ ਮੈਂ ਕਰ ਦੇਣਾ ਜੀ, ਕੋਈ ਨਹੀਂ। ਅਗਰ ਆਵਾਜ਼ ਨਹੀਂ ਆਉਂਦੀ ਅੱਜ ਆਪਾਂ 396 ਅੰਗ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ ਜੀ। ਹਾਂਜੀ ਹਾਂਜੀ ਠੀਕ ਹੈ। ਆਪਣੇ ਪੰਜਵੇਂ ਪਾਤਸ਼ਾਹੀ ਦੇ ਜਿਹੜੇ ਸ਼ਬਦ ਲੈ ਰਹੇ ਹਾਂ, ਉਹ ਲੜੀ ਜਿਹੜੀ ਸ਼ੁਰੂ ਕੀਤੀ ਸੀ ਉਹ 8 ਸ਼ਬਦਾਂ ਦੀ ਲੜੀ ਹੈਗੀ ਆ। 7ਵਾਂ ਸ਼ਬਦ ਲੈ ਰਹੇ ਹਾਂ ਆਪਾਂ। ਅੰਗ 396 396। ਆਸਾ ਮਹੱਲਾ ਪੰਜਵਾਂ। ਸਤਿਗੁਰ ਸਾਚੈ ਦਿਆ ਭੇਜ। ਸਤਿਗੁਰ ਸਾਚੈ ਦਿਆ ਭੇਜ। ਚਿਰ ਜੀਵਨ ਉਪਜਿਆ ਸੰਜੋਗ। ਉਦਰੇ ਮਾਹੇ ਆਏ ਕੀਆ ਨਿਵਾਸ। ਮਾਤਾ ਕੇ ਮਨ ਬਹੁਤ ਵਿਗਾਸ। ਜਮਿਆ ਪੂਤ ਭਗਤ ਗੋਬਿੰਦ ਕਾ। ਪ੍ਰਗਟਿਆ ਸਭ ਮੈਂ ਲਿਖਿਆ ਤੁਰ ਕਾ ਰਹਾਓ। ਹੁਣ ਇੱਥੇ ਜਿਹੜਾ ਹੈਗਾ, ਜੇ ਹੁਣ ਸਤਿਗੁਰ ਸਾਚੈ ਦਿਆ ਭੇਜ ਦੇ ਆਪਾਂ ਇਹਨੂੰ ਇਸ ਤਰ੍ਹਾਂ ਸਤਿਗੁਰ ਸਾਚੇ ਨੂੰ ਸਤਿਗੁਰੂ ਦੇ ਨਾਲ ਲਗਾਤਾ ਤੇ ਵੀ ਸਤਿਗੁਰੂ ਸੱਚੇ ਨੇ ਭੇਜਿਆ। ਜਿਹੜਾ ਭਗਤ ਜੰਮਿਆ ਉਹ ਸਤਿਗੁਰੂ ਸੱਚੇ ਨੇ ਭੇਜਿਆ। ਤੇ ਜੇ ਇੱਥੇ ਸਤਿਗੁਰ ਤੇ ਉਸ ਤੋਂ ਬਾਅਦ ਸਾਚੈ ਦਿਆ ਭੇਜ, ਉਸ ਪਰਮਾਤਮਾ ਨੇ ਭੇਜਿਆ। ਸਤਿਗੁਰੂ ਨੂੰ ਭੇਜਿਆ ਉਸ ਪਰਮਾਤਮਾ ਨੇ। ਫਿਰ ਦੇਖੋ ਅਰਥ ਇੱਕਦਮ ਬਦਲ ਜਾਂਦੇ ਆ। ਹੁਣ ਜਿਹੜਾ ਹੈਗਾ ਦੁਨੀਆ ਦੇ ਵਿੱਚ ਜਿਹੜੇ ਇਨਸਾਨ ਜਿਹੜੇ ਵੀ ਹੈ, ਇਹਨਾਂ ਦਾ ਪਰਮੂਟੇਸ਼ਨ ਕਾਂਬੀਨੇਸ਼ਨ ਜਿਹੜਾ ਹੈਗਾ, ਕਾਂਬੀਨੇਸ਼ਨ ਅਲੱਗ-ਅਲੱਗ ਹੋਏਗਾ ਇਹਨਾਂ ਦਾ। ਕਿਸੇ ਦੇ ਅੰਦਰ ਜਿਹੜਾ ਹੈਗਾ ਗੁਣ ਔਰ ਅਵਗੁਣ ਜਿਹੜੀ ਹੈਗੀ, ਉਹਨਾਂ ਦੀ ਮਾਤਰਾ ਜਿਹੜੀ ਹੈਗੀ ਆ, ਉਹ ਸਾਰੀ ਹਰੇਕ ਦੇ ਅੰਦਰ ਅਲੱਗ ਹੁੰਦੀ ਹੈ। ਔਰ ਜੀਵਨ ਯਾਤਰਾ ਵੀ ਜਿਹੜੀ ਹੈਗੀ ਆ, ਹਰੇਕ ਇਨਸਾਨ ਦੀ ਅਲੱਗ-ਅਲੱਗ ਹੈਗੀ ਆ। ਉਹ ਪਤਾ ਨਹੀਂ ਜਿਹੜਾ ਹੈਗਾ 90% ਜਿਹੜਾ ਹੈਗਾ ਨਾ, 90% ਯਾਤਰਾ ਕਰ ਚੁੱਕਾ ਹੈ, ਤਾਂ ਉਹ 10% ਵਾਸਤੇ ਜਨਮ ਲਿਆ ਹੈ। ਕੀ ਪਤਾ 1% ਵਾਸਤੇ ਜਨਮ ਲਿਆ ਹੈ। ਕੀ ਪਤਾ ਉਹ ਜਿਹੜਾ ਹੈਗਾ ਹਾਲੇ ਯਾਤਰਾ ਕੀਤੀ ਨਹੀਂ ਆ, ਇਸ ਪਾਸੇ ਵਾਲੇ ਰਸਤੇ ਆਇਆ ਹੀ ਨਹੀਂ ਹੈ ਉਹ ਇਨਸਾਨ। ਐਸੇ ਮੈਜੋਰਟੀ ਮੈਕਸੀਮਮ ਤਾਂ ਇਸ ਤਰ੍ਹਾਂ ਦੇ ਹੁੰਦੇ। ਤੇ ਕਈ ਜਿਹੜੇ ਹੁੰਦੇ ਆ ਉਹ ਜਿਹੜੇ ਹੈਗੇ 100% ਜਿਹੜੇ ਹੈਗੇ ਉਹ ਹੁੰਦੇ ਹੀ ਨਹੀਂ ਆ। ਜਨਮ ਮਰਨ ਦੋਹੋਂ ਮੈਂ ਨਾਹੀ। ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਣ। ਹਰ ਸਿਉ ਲੈਣ ਮਿਲਾਏ। ਕਈ ਇਸ ਤਰ੍ਹਾਂ ਵੀ ਹੁੰਦੇ ਆ, ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਉਹ ਤਾਂ ਜਿਹੜੇ ਪੱਕੇ ਪਕਾਏ ਆ ਜਾਂਦੇ ਆ। ਆਸਾ ਮਹੱਲਾ ਪੰਜਵਾਂ। ਸਤਿਗੁਰ ਸਾਚੈ ਦਿਆ ਭੇਜ। ਉਸ ਮਾਲਕ ਪਰਮਾਤਮਾ, ਜਿਵੇਂ ਹੁਣ ਗੁਰੂ ਨਾਨਕ ਸਾਹਿਬ ਹੈਗੇ। ਗੁਰੂ ਨਾਨਕ ਸਾਹਿਬ ਬਚਪਨ ਤੋਂ ਹੀ ਜਿਹੜੇ ਹੈਗੇ, ਜਨਮ ਤੋਂ ਹੀ ਜਿਹੜੇ ਹੈਗੇ ਬ੍ਰਹਮ ਗਿਆਨੀ ਸੀਗੇ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਉਹਦੀ ਖੇਡ ਹੈਗੀ ਆ। ਉਹਨੂੰ ਜ਼ਰੂਰਤ ਹੈਗੀ ਇਮੀਡੀਏਟਲੀ ਜਿਹੜਾ ਹੈਗਾ ਬਚਪਨ ਤੋਂ ਹੀ ਜਿਹੜਾ ਹੈਗਾ ਉਹ ਜਿਹੜਾ ਬ੍ਰਹਮ ਗਿਆਨੀ ਭੇਜ ਦਿੰਦਾ। ਉਹ ਬਚਪਨ ਤੋਂ ਹੀ ਜਿਹੜਾ ਹੈਗਾ ਗਾਈਡ ਕਰਨ ਲੱਗ ਜਾਂਦੇ ਆ। ਆਸਾ ਮਹੱਲਾ ਪੰਜਵਾਂ। ਸਤਿਗੁਰ ਸਾਚੈ ਦਿਆ ਭੇਜ। ਚਿਰ ਜੀਵਨ ਉਪਜਿਆ ਸੰਜੋਗ। ਕਾਹਦੇ ਵਾਸਤੇ ਭੇਜਦਾ ਹੈ ਮਾਲਕ ਪਰਮਾਤਮਾ ਬ੍ਰਹਮ ਗਿਆਨੀਆਂ ਨੂੰ? ਕੀ ਕਰਦੇ ਹੋ ਧਰਤੀ ਦੇ ਉੱਤੇ ਆ ਕੇ? ਉਹ ਬ੍ਰਹਮ ਗਿਆਨੀ ਜਿਹੜੇ ਹੈਗੇ ਆ, ਉਹਨਾਂ ਨੂੰ ਜਿਹੜਾ ਹੈਗਾ ਦੁਨੀਆ ਦੇ ਵਿੱਚ ਜਿਹੜਾ ਹੈਗਾ ਗਿਆਨ ਮਾਲਕ ਨੇ ਵਰਤਾਉਣਾ ਹੈ, ਗਿਆਨ ਦੇਣਾ ਹੈ।
ਬਈ ਕਾਹਦੇ ਵਾਸਤੇ ਮੈਂ ਗੇਮ ਬਣਾਈ, ਕਾਹਦੇ ਵਾਸਤੇ ਮੈਂ ਸ੍ਰਿਸ਼ਟੀ ਰਚੀ ਹੈ, ਕਿਉਂ ਮੈਂ ਇਹ 84 ਲੱਖ ਜੂਨਾਂ ਪਾਈਆਂ, ਕਿਉਂ ਜਿਹੜਾ ਹੈਗਾ ਇਨਸਾਨ ਦੀ ਜੂਨ ਸਭ ਤੋਂ ਸ੍ਰੇਸ਼ਟ ਹੈਗੀ, ਕਿਉਂ ਇਹ ਜਨਮ ਮਰਨ ਦਾ ਕਿਹੜਾ ਹੈਗਾ, ਇਹ ਜਿਹੜਾ ਹੈਗਾ ਇਨਸਾਨ ਜਿਹੜਾ ਕਾਲ ਦੇ ਵਸ ਹੈ, ਉਮਰ ਦੇ ਵਸ ਆ, ਸਮੇਂ ਦੇ ਵਸ ਹੈਗਾ। ਆਹ ਗਿਆਨ ਦੇਣਾ ਹੈ ਬਈ ਇਸ ਚੋਂ ਨਿਕਲਣ ਦਾ ਰਸਤਾ ਕੀ ਹੈਗਾ, ਨਹੀਂ ਨਿਕਲਾਂਗੇ ਤੇ ਕੀ ਹੋਊਗਾ। ਸਤਿਗੁਰ ਸਾਚੇ ਦਿਆ ਭੇਜ, ਚਿਰ ਜੀਵਨ ਉਪਜਿਆ ਸੰਜੋਗ। ਕੀ ਕਰਦੇ ਫਿਰ ਸਤਿਗੁਰੂ ਆ ਕੇ ਬ੍ਰਹਮ ਗਿਆਨੀ? ਕਹਿੰਦੇ ਲੋਕਾਂ ਨੂੰ ਦੱਸਦੇ ਆ ਭਾਈ ਬਈ ਆਹ ਜਿਹੜਾ ਜਨਮ ਮਰਨ ਦਾ ਗੇੜਾ ਹੈਗਾ, ਇਸ ਚੋਂ ਆਪਾਂ ਨਿਕਲ ਵੀ ਸਕਦੇ ਹਾਂ, ਇਸ ਤੋਂ ਚਿਰ ਜੀਵਨ ਵੀ ਲੈ ਸਕਦੇ ਹਾਂ, ਆਪਾਂ ਹਮੇਸ਼ਾ ਵਾਸਤੇ ਜੀਵਨ ਲੈ ਸਕਦੇ ਹਾਂ। ਇਹਦਾ ਸੰਜੋਗ ਪੈਦਾ ਕਰ ਦਿੰਦੇ ਆ ਬ੍ਰਹਮ ਗਿਆਨੀ ਆ ਕੇ। ਦੇਖੋ ਸ਼ਬਦ ਦੀ ਉਚਾਈ ਦੇਖੋ, 2 ਲਾਈਨਾਂ ਦੇ ਵਿੱਚ ਜਿਹੜਾ ਹੈਗਾ ਕੀ ਭਰਿਆ ਪਿਆ ਸ਼ਬਦ ਦੇ ਵਿੱਚ। ਸਤਿਗੁਰ ਸਾਚਾ ਦਿਆ ਭੇਜ, ਚਿਰ ਜੀਵਨ ਉਪਜਿਆ ਸੰਜੋਗ। ਆਹ ਸੰਜੋਗ ਬਣਾ ਦਿੰਦੇ ਆ ਭਾਈ, ਚਿਰ ਜੀਵਨ ਦਾ ਸੰਜੋਗ ਪੈਦਾ ਹੋ ਗਿਆ ਧਰਤੀ ਤੇ। ਜਿੱਥੇ ਵੀ ਬ੍ਰਹਮ ਗਿਆਨੀ ਜਿੱਥੇ ਵੀ ਆਇਆ ਹੈ ਬ੍ਰਹਮ ਗਿਆਨੀ, ਉਹਨੇ ਚਿਰ ਜੀਵਨ ਦਾ ਸੰਜੋਗ ਪੈਦਾ ਕਰ ਦੇਣਾ ਹੈ। ਸਤਿਗੁਰੂ ਨੇ, ਬ੍ਰਹਮ ਗਿਆਨੀ ਨੇ, ਗੁਰੂ ਨੇ ਆਹੀ ਕੰਮ ਕਰਨਾ ਹੈ। ਅੱਗੇ ਇਨਸਾਨ ਦੀ ਮਰਜ਼ੀ ਹੈਗੀ, ਜਿਹੜਾ ਲੈਣਾ ਹੈ ਨਹੀਂ ਲੈਣਾ ਉਹ ਇਨਸਾਨ ਦੇ ਉੱਤੇ ਡਿਪੈਂਡ ਕਰਦਾ ਹੈ। ਸਤਿਗੁਰ ਸਾਚੇ ਦਿਆ ਭੇਜ, ਜਿੱਥੇ ਗਿੱਲ ਹੋਏਗੀ ਉੱਥੇ ਜਿਹੜੀ ਹੈਗੀ ਫਸਲ ਉੱਗ ਜਾਏਗੀ। ਸਤਿਗੁਰ ਸਾਚੇ ਦਿਆ ਭੇਜ, ਚਿਰ ਜੀਵਨ ਉਪਜਿਆ ਸੰਜੋਗ। ਉਹ ਸੱਚੇ ਮਾਲਕ ਨੇ ਇਸ ਤਰੀਕੇ ਦੇ ਨਾਲ ਬ੍ਰਹਮ ਗਿਆਨੀ ਭੇਜਦਾ ਹੈ ਮਾਲਕ ਪਰਮਾਤਮਾ। ਉਦਰੇ ਮਾਹੇ ਆਏ ਕੀਆ ਨਿਵਾਸ, ਔਰ ਉਹਦੀ ਜਿਹੀ ਜੀ ਖੇੜਿਆ ਬ੍ਰਹਮ ਗਿਆਨੀਆਂ ਨੂੰ ਵੀ ਜਿਹੜਾ ਮਾਂ ਦੇ ਪੇਟ 'ਚ ਹੀ ਆਉਣਾ ਪੈਂਦਾ ਉਸੇ ਤਰੀਕੇ ਦੇ ਨਾਲ। ਉਦਰੇ ਮਾਹੇ ਕੀਆ ਨਿਵਾਸ, ਮਾਤਾ ਕੇ ਮਨ ਬਹੁਤ ਵਿਗਾਸ। ਮਾਂ ਬੜੀ ਖੁਸ਼ ਹੁੰਦੀ ਹੈ, ਵਿਗਾਸ ਹੁੰਦਾ ਹੈ। ਜਮਿਆ ਪੂਤ ਭਗਤ ਗੋਬਿੰਦ ਕਾ, ਉਹ ਗੋਬਿੰਦ ਦਾ ਮਾਲਕ ਪਰਮਾਤਮਾ ਦਾ ਪੁੱਤ ਜਿਹੜਾ ਹੈਗਾ ਜੰਮ ਗਿਆ, ਆ ਗਿਆ ਦੁਨੀਆ ਦੇ ਵਿੱਚ। ਪ੍ਰਗਟਿਆ ਸਭ ਮੈਂ ਲਿਖਿਆ ਤੁਰਕਾ। ਕਾਹਦੇ ਵਾਸਤੇ ਆ ਗਿਆ? ਕਹਿੰਦੇ ਜਿਹੜੇ ਇਨਸਾਨ ਹੈਗੇ, ਜਿਨ੍ਹਾਂ ਨੇ ਜਿਹੜੇ ਸਿੱਖ ਹੈਗੇ, ਜਿਹੜੇ ਉਹਦੇ ਮਗਰ ਲੱਗਣਗੇ, ਉਹਦੀ ਗੱਲ ਮੰਨਣਗੇ, ਉਹਨਾਂ ਦੇ ਅੰਦਰ ਪ੍ਰਗਟ ਕਰ ਦੇਗਾ। ਕੀ ਪ੍ਰਗਟ ਕਰ ਦੂਗਾ? ਧੁਰ ਦਾ ਲਿਖਿਆ ਹੋਇਆ। ਕਿਹਦਾ ਲਿਖਿਆ? ਪਰਮਾਤਮਾ ਦਾ ਲਿਖਿਆ। ਕੀ ਲਿਖਿਆ? ਵੀ ਆਹ ਖੇਡ ਮੈਂ ਪਾ ਰਿਹਾ, ਇਹ ਖੇਡ ਲਿਵ ਔਰ ਧਾਤ ਦੀ ਹੈਗੀ, ਇਹਦੇ ਵਿੱਚ ਇਸ ਤਰੀਕੇ ਦੇ ਨਾਲ ਇਸ ਚੋਂ ਬਾਹਰ ਹੋ ਸਕਦੇ ਹਾਂ। ਆਹੀ ਮਾਲਕ ਦੀ ਜਿਹੜੀ ਹੈਗੀ ਲਿਖਤ ਹੈਗੀ ਭਾਈ, ਹਰੇਕ ਇਨਸਾਨ ਨੂੰ ਇਸੇ ਵਾਸਤੇ ਜਿਹੜਾ ਹੈਗਾ ਇਨਸਾਨ ਦੀ ਜੂਨ ਮਿਲਦੀ ਹੈ। ਆਹ ਤੁਰਕਾ ਲਿਖਿਆ ਹੋਇਆ, ਇਹਨੂੰ ਪ੍ਰਗਟ ਕਰ ਦਿੰਦੇ ਆ। ਜਮਿਆ ਭੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮੈਂ ਲਿਖਿਆ ਤੁਰਕਾ। परमिंदर जी कैमरा बंद कर दो प्लीज। रहाओ, 10वीं मासी हुक्म बालक जन्म लिया, और 10वें महीने जिहड़ा हैगा 10 मास लिखिया बाणी दे विच, कहंदे मालक दे हुक्म दे नाल जिहड़ा हैगा वो फिर भगत, वो जिहड़ा हैगा ब्रह्म ज्ञानी पैदा हो जाते हैं। मिटिया सोग महा आनंद थिया, और सोग सारा मिट जाता है जिथे भी ब्रह्म ज्ञानी पैदा होंदे महा आनंद कहते हैं। असली आनंद जिहड़ा हैगा, आत्मिक आनंद जिहड़ा हैगा वो हो जाता है भाई, वरत जाता है 4 चपेरे। गुरबाणी सखी आनंद गावे, किन्ना दे आनंद, किन्ना दे अंदर जिहड़ियां सखियां, जिहड़े सिख गुरु दी बाणी, गुरु दी मत लैंदे आ, और ਉਹਨੂੰ ਜਿਹੜਾ ਆਨੰਦ ਦੇ ਨਾਲ ਗਾਉਂਦੇ ਆ। ਆਨੰਦ ਗਾਵੇ, ਉਹਦੇ ਨਾਲ ਆਨੰਦ ਪੈਦਾ ਹੁੰਦਾ ਹੈ ਜਿਹੜੇ ਉਹਦੀ ਗੁਰੂ ਦੀ ਸਿੱਖਿਆ ਗ੍ਰਹਿਣ ਕਰਦੇ ਆ। ਆਨੰਦ ਵੀ ਪੈਦਾ ਹੁੰਦਾ ਹੈ, ਔਰ ਸਾਚੇ ਸਾਹਿਬ ਕੇ ਮਨ ਭਾਵੈ, ਔਰ ਸੱਚੇ ਮਾਲਕ ਪਰਮਾਤਮਾ ਦੇ ਮਨ ਨੂੰ ਵੀ ਭਾ ਜਾਂਦੇ ਆ। ਉਹ ਗੁਰਬਾਣੀ ਸਖੀ ਆਨੰਦ ਗਾਵੇ, ਆਨੰਦ ਦੇ ਦੱਦੇ ਨੂੰ ਆਉਂ ਖੜਿਆ। ਗੁਰਬਾਣੀ ਜਿਹੜੀ ਹੈਗੀ
ਉਹ ਗੁਰੂ ਦੇ ਬੋਲ ਹੈਗੇ ਆ। ਔਰ ਗੁਰਬਾਣੀ ਜਿਹੜੀ ਹੈਗੀ ਆ ਉਹ ਬਾਣੀ ਹੈ ਜਿਹਦੇ ਨਾਲ ਮਾਲਕ ਪਰਮਾਤਮਾ ਤੱਕ ਜਿਹੜਾ ਹੈਗਾ ਆਪਾਂ ਨੇ ਇਹ ਵਿਚਾਰ ਮੰਡਲ ਕ੍ਰਾਸ ਕਰਨਾ ਹੈ। ਔਰ ਇਸ ਤੋਂ ਬਾਅਦ ਜਿਹੜਾ ਹੈਗਾ ਮਾਲਕ ਪਰਮਾਤਮਾ ਤੱਕ ਯਾਤਰਾ ਕਰਨੀ ਹੈ। ਸੱਚੇ ਸਾਹਿਬ ਦੇ ਮਨ ਨੂੰ ਪਾਉਣਾ ਹੈ। ਗੁਰਬਾਣੀ ਸਖੀ ਆਨੰਦ ਗਾਵੈ, ਸਾਚੇ ਸਾਹਿਬ ਕੇ ਮਨ ਭਾਵੈ। ਵਧੀ ਵੇਲ ਬਹੁ ਪੀੜੀ ਚਾਲੀ। ਲਓ ਇੱਕ ਬ੍ਰਹਮ ਗਿਆਨੀ ਆ ਗਿਆ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਉਹਨੇ ਵੇਲ ਲਾਤੀ ਪਾਈ। ਚੱਲ ਪਈ ਹੁਣ ਜਿਹੜੀ ਹੈ ਵੇਲ ਜਿਹੜੀ ਹੈ ਹੁਣ ਵਧਣ ਲੱਗ ਪਈ। ਵੇਲ ਕਿਵੇਂ ਵੱਧਦੀ ਹੈ ਦੇਖ ਲਓ। ਵਧੀ ਵੇਲ ਬਹੁ ਪੀੜੀ ਚਾਲੀ, ਪੀੜੀ ਚੱਲ ਪਈ ਹੁਣ। ਉਹਨੇ ਇੱਕ ਬ੍ਰਹਮ ਗਿਆਨੀ ਇਸ ਤਰ੍ਹਾਂ ਦੁਨੀ ਧਰਤੀ ਕਦੀ ਖਾਲੀ ਨਹੀਂ ਹੁੰਦੀ ਬ੍ਰਹਮ ਗਿਆਨੀਆਂ ਤੋਂ। ਵਧੀ ਵੇਲ ਬਹੁ ਪੀੜੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ। ਆਇਆ ਭਾਈ ਧਰਮ ਦੀ ਕਲਾ, ਆਇਆ ਜਿਹੜਾ ਹੈਗਾ ਲਿਵ ਵਾਲਾ ਰਸਤਾ, ਭਗਤੀ ਮਾਰਗ। ਇਸ ਤਰੀਕੇ ਦੇ ਨਾਲ ਧਰਮ ਕਲਾ ਹਰ ਬੰਦ ਬਹਾਲੀ। ਉਹ ਮਾਲਕ ਪਰਮਾਤਮਾ ਨੇ ਜਿਹੜੀ ਹੈਗੀ ਆ ਇਹ ਧਰਮ ਦੀ ਕਲਾ ਜਿਹੜੀ ਹੈਗੀ ਇਹ ਇਸ ਤਰ੍ਹਾਂ ਮਾਲਕ ਪਰਮਾਤਮਾ ਜਿਹੜਾ ਹੈਗਾ ਗਾਹਾਂ ਤੋਂ ਗਾਹਾਂ ਜਿਹੜਾ ਹੈਗਾ ਇਹ ਧਰਮ ਦੀ ਕਲਾ ਜਿਹੜੀ ਹੈਗੀ ਚੱਲਦੀ ਹੈ ਪਾਏ। ਔਰ ਜਿਹੜੇ ਸਿੱਖ ਹੁੰਦੇ ਆ, ਜਿਹੜੇ ਲੈਣ ਵਾਲੇ ਹੁੰਦੇ ਆ, ਉਹਨਾਂ ਦੇ ਅੰਦਰ ਜਿਹੜੀ ਹੈਗੀ ਆ ਚੇਂਜਸ ਆ ਜਾਂਦੇ ਆ। ਧਰਮ ਕਲਾ ਹਰ ਉਹ ਮਾਲਕ ਪਰਮਾਤਮਾ ਨੇ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਗਿਆਨ ਦਿੰਦਾ ਹੈ ਪਰਮਾਤਮਾ। ਵਧੀ ਵੇਲ ਬਹੁ ਪੀੜੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ। ਇਸ ਤਰੀਕੇ ਦੇ ਨਾਲ ਉਹ ਮਾਲਕ ਪਰਮਾਤਮਾ ਬ੍ਰਹਮ ਗਿਆਨੀ ਇਸ ਤਰ੍ਹਾਂ ਪੈਦਾ ਕਰ ਦਿੰਦਾ ਹੈ। ਪਾਰਸ ਤੋਂ ਪਾਰਸ ਬਣ ਜਾਂਦਾ ਹੈ। ਮਨ ਚਿੰਦਿਆ ਸਤਿਗੁਰੂ ਦਿਵਾਇਆ। ਔਰ ਜਿਹੜਾ ਜੋ ਵੀ ਮਨ ਦੇ ਵਿੱਚ ਹੈਗਾ ਐਸਾ ਮਾਲਕ ਪਰਮਾਤਮਾ ਦਾ ਜਿਹੜਾ ਹੈਗਾ ਇਹ ਮਹਾ ਆਨੰਦ ਜਿਹੜਾ ਹੈਗਾ ਮਹਾਰਸ, ਅੰਮ੍ਰਿਤ ਰਸ, ਇਹਦੇ ਵਿੱਚ ਸਾਰੇ ਦੁਨੀਆ ਦੇ ਪਦਾਰਥ ਆ ਜਾਂਦੇ। ਮਨ ਚਿੰਦਿਆ ਸਤਿਗੁਰੂ ਦਿਵਾਇਆ, ਪਏ ਅਚਿੰਤ ਏਕ ਲਿਵ ਲਾਇਆ। ਔਰ ਉਹ ਮਾਲਕ ਪਰਮਾਤਮਾ ਜਿਹੜਾ ਮਨ ਚਿੰਦਿਆ ਮਾਲਕ ਪਰਮਾਤਮਾ ਅਭਿਆਸੀ ਦਾ ਜਿਹੜਾ ਹੈਗੇ ਸਿੱਖਾਂ ਦਾ ਜਿਹੜੇ ਹੈਗੇ ਉਹਨਾਂ ਦੇ ਮਨ 'ਚ ਤਾਂ ਮਾਲਕ ਦਾ ਸਾਥ ਚਾਹੁੰਦੇ ਆ ਉਹ। ਔਰ ਸਤਿਗੁਰੂ ਨੇ ਇਹੀ ਕੰਮ ਕਰਨਾ ਹੈ, ਪਰਮਾਤਮਾ ਦੇ ਨਾਲ ਜੋੜ ਦੇਣਾ ਹੈ। ਪਏ ਅਚਿੰਤ ਏਕ ਲਿਵ ਲਾਇਆ, ਚਿੰਤਾ ਮੁਕਤ ਕਰ ਦੇਣਾ ਹੈ ਭਾਈ। ਇਹ ਵਿਚਾਰ ਮੰਡਲ ਕ੍ਰਾਸ ਕਰਾ ਦੇਣਾ, ਲਿਵ ਲੱਗ ਜਾਣੀ ਹੈ। ਜਿਉਂ ਬਾਲਕ ਪਿਤਾ ਉੱਪਰ ਕਰੇ ਬਹੁ ਮਾਣ। ਜਿਸ ਤਰ੍ਹਾਂ ਕੋਈ ਬੱਚਾ ਹੈਗਾ, ਪਿਓ ਜਿਹੜਾ ਹੈਗਾ ਉਹਨੂੰ ਸਿੱਖਿਆ ਦਿੰਦਾ ਹੈ, ਉਹਦੇ ਸਵਾਲਾਂ ਦਾ ਜਵਾਬ ਦਿੰਦਾ ਹੈ, ਉਹਨੂੰ ਜਿਹੜਾ ਹੈਗਾ ਗਿਆਨ ਦਿੰਦਾ ਹੈ। ਇਸੇ ਤਰੀਕੇ ਦੇ ਨਾਲ ਗੁਰੂ ਵੀ ਜਿਹੜੇ ਹੈਗੇ ਆਪਾਂ ਨੂੰ, ਜਿਹੜੇ ਬ੍ਰਹਮ ਗਿਆਨੀ ਵੀ ਜਿਹੜੇ ਹੈਗੇ ਇਹ ਸਤਿਗੁਰੂ ਵੀ ਆਪਾਂ ਨੂੰ ਗਿਆਨ ਦਿੰਦੇ ਆ। ਅਸੀਂ ਬੱਚਿਆਂ ਨੂੰ ਬੁਲਾਇਆ ਬੋਲੇ ਗੁਰ ਕੈ ਭਾਣ। ਕਿਹੜੇ ਬੱਚੇ? ਜਿਹੜੇ ਗੁਰੂ ਦੇ ਭਾਣਿਆਂ ਅਨੁਸਾਰ ਜਿਹੜੇ ਹੈਗੇ ਉਹ ਜਿਹੜੇ ਹੈਗੇ ਕਾਰਵਾਈ ਕਰਦੇ ਆ। ਜੋ ਗੁਰੂ ਕਹਿ ਰਿਹਾ, ਜਿਵੇਂ ਗੁਰੂ ਬੋਲਦਾ ਉਹਦੇ ਅਨੁਸਾਰ ਜਿਹੜੇ ਹੈਗੇ ਬੋਲਦੇ ਆ। ਬੁਲਾਇਆ ਬੋਲੇ ਗੁਰ ਕੈ ਭਾਣ। ਇਸ ਤਰੀਕੇ ਦੇ ਨਾਲ ਜਿਹੜੀ ਹੈਗੀ ਇਹ ਜਿਹੜੀ ਹੈ ਲਿਵ ਵਾਲੀ ਯਾਤਰਾ ਚੱਲਦੀ ਹੈ। ਜਿਉਂ ਬਾਲਕ ਪਿਤਾ ਉੱਪਰ ਕਰੇ ਬਹੁ ਮਾਣ, ਬੁਲਾਇਆ ਬੋਲੇ ਗੁਰ ਕੈ ਭਾਣ। ਭਾਣ ਮਤਲਬ ਪਾਣਾ, ਗੁਰੂ ਦਾ ਪਾਣਾ। ਗੁਰੂ ਦਾ ਪਾਣਾ, ਗੁਰੂ ਦੀ ਮੱਤ। ਗੁੱਜੀ ਛੰਨੀ ਨਾਹੀ ਬਾਤ। ਕਹਿੰਦੇ ਕੋਈ ਲੁਕਮੀ ਗੱਲ ਥੋੜ੍ਹੀ ਨਾ ਹੈਗੀ, ਛੁਪੀ ਹੋਈ ਗੱਲ ਥੋੜ੍ਹੀ ਨਾ ਹੈਗੀ ਆ ਤਾਂ ਬਿਲਕੁਲ ਪ੍ਰਗਟ ਚੀਜ਼ ਹੈ, ਪ੍ਰਗਟ ਹੈਗੀ। ਗੁਰੂ ਨਾਨਕ ਤੁਠਾ ਕੀਨੀ ਦਾਤ। ਗੁਰੂ ਟੁੱਟ ਜਾਂਦਾ ਹੈ ਅਤੇ ਦਾਤ ਦੇ ਦਿੰਦਾ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜਿਹੜੇ ਹੈਗੇ ਬ੍ਰਹਮ ਗਿਆਨੀ ਉਹ ਦਾਤ ਦਿੰਦੇ, ਉਸ ਤਰੀਕੇ ਦੇ ਨਾਲ ਕਹਿੰਦੇ ਗੁਰੂ ਹੈਗਾ। ਜਿਹੜੀ ਪੰਜਵੀਂ ਪਾਤਸ਼ਾਹੀ ਕਹਿ ਰਹੀ ਹੈ ਬਈ ਗੁਰੂ ਟੁੱਟ ਕੇ ਜਿਹੜਾ ਹੈਗਾ ਇਹ ਜਿਹੜੀ ਦਾਤ ਹੈਗੀ ਨਾਮ ਵਾਲੀ ਦਾਤ, ਇਹ ਭਗਤੀ ਦੀ ਦਾਤ ਦੇ ਦਿੰਦਾ ਹੈ। ਗੁੱਜੀ ਛੰਨੀ ਗੱਲ ਥੋੜ੍ਹੀ ਨਾ ਹੈਗੀ ਆ, ਕੋਈ ਗੁਪਤ ਥੋੜ੍ਹੀ ਨਾ ਹੈਗੀ ਗੱਲ। ਆਸਾ ਮਹਲਾ ਪੰਜਵਾਂ। ਗੁਰ ਪੂਰੇ ਰਾਖਿਆ ਦੇ ਹਾਥ। ਇਸ ਤਰੀਕੇ ਦੇ ਨਾਲ ਪੂਰਾ ਗੁਰੂ ਜਿਹੜਾ ਹੈਗਾ ਹੱਥ ਦੇ ਕੇ ਰੱਖਦਾ ਹੈ। ਆਇਆ ਹੱਥ ਗੁਰੂ ਦਾ ਪਾਏ। ਗੁਰ ਪੂਰੇ ਰਾਖਿਆ ਦੇ ਹਾਥ।
ਪ੍ਰਗਟ ਪਿਆ ਜਨ ਕਾ ਪ੍ਰਤਾਪ। ਔਰ ਜਨ ਜਿਹੜਾ ਹੈਗਾ ਅਭਿਆਸੀ ਜਿਹੜੇ ਹੈਗੇ ਗੁਰੂ ਜਿਹੜੇ ਹੈਗੇ ਸਤਿਗੁਰੂ ਜਿਹੜੇ ਹੈਗੇ ਉਹਨਾਂ ਦਾ ਪ੍ਰਤਾਪ ਇਸ ਤਰੀਕੇ ਦੇ ਨਾਲ ਪ੍ਰਗਟ ਹੋ ਜਾਂਦਾ ਹੈ। ਔਰ ਜਿਹਨੂੰ ਰੱਖਦੇ ਆ, ਜਿਹਦੇ 'ਤੇ ਹੱਥ ਗੁਰੂ ਨੇ ਰੱਖਿਆ ਆ, ਉਹ ਵੀ ਗਾਹਾਂ ਜਿਹੜਾ ਹੈਗਾ ਜੋਤ ਤੋਂ ਜੋਤ ਹੀ ਪੈਦਾ ਹੁੰਦੀ ਹੈ ਭਾਈ। ਪਾਰਸ ਤੋਂ ਪਾਰਸ ਹੀ ਬਣਦਾ ਹੈ ਇੱਥੇ। ਗੁਰ ਪੂਰੇ ਰਾਖਿਆ ਦੇ ਹਾਥ ਪ੍ਰਗਟ ਪਿਆ ਜਨ ਕਾ ਪ੍ਰਤਾਪ। ਉਹ ਜਨ ਦਾ ਪ੍ਰਤਾਪ ਪ੍ਰਗਟ ਹੋ ਜਾਂਦਾ ਹੈ। ਉਹ ਖੰਡਾਂ ਬ੍ਰਹਮੰਡਾਂ 'ਚ ਪ੍ਰਗਟ ਹੋ ਜਾਂਦਾ, ਲੋਕ ਪਰਲੋਕ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ। ਉਹ ਬ੍ਰਹਮ ਗਿਆਨੀ, ਉਹ ਭਗਤ, ਉਹ ਸਾਧੂ। ਗੁਰ ਪੂਰੇ ਰਾਖਿਆ ਦੇ ਹਾਥ ਪ੍ਰਗਟ ਪਿਆ ਜਨ ਕਾ ਪ੍ਰਤਾਪ। ਗੁਰ ਗੁਰ ਜਪੀ ਗੁਰੂ ਗੁਰ ਧਿਆਈ, ਜੀ ਕੀ ਅਰਦਾਸ ਗੁਰੂ ਪੈ ਪਾਈ ਰਹਾਓ। ਕੀ ਕਰਦੇ ਆ ਉਹ ਫਿਰ ਜਿਹੜੇ ਹੈਗੇ ਪਰਮੇਸ਼ਰ ਦਾ ਨਾਮ ਜਪਦੇ ਆ, ਗੁਰੂ ਦੇ ਅਨੁਸਾਰ ਜਪਦੇ ਆ, ਜਿਵੇਂ ਜਿਹੜਾ ਹੈਗਾ ਗੁਰੂ ਨੇ ਦੱਸਿਆ, ਬ੍ਰਹਮ ਗਿਆਨੀਆਂ ਨੇ ਦੱਸਿਆ। ਧਿਆਨ ਸਿਮਰਨ ਦੇ ਵਿੱਚ ਜਾਂਦੇ ਆ। ਗੁਰ ਗੁਰ ਜਪੀ ਗੁਰੂ ਗੁਰ ਧਿਆਈ। ਗੁਰੂ ਕੀ ਹੈ? ਪ੍ਰਕਾਸ਼ ਰੂਪ ਹੈ। ਉਹ ਮਾਲਕ ਪਰਮਾਤਮਾ ਦਾ ਰੂਪ ਹੈ। ਗੁਰੂ ਪਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ ਹੈਗੇ, ਕਿਉਂਕਿ ਜੋ ਗੁਣ ਸਰੀਰ ਹੈਗਾ, ਸਰੀਰ ਦੇ ਵਿੱਚ ਭੇਦ ਹੈਗਾ। ਸਰੀਰ ਭਾਵੇਂ ਫਿਜ਼ੀਕਲ ਹੋਏ, ਜਾਂ ਇਸ ਟਾਈਮ ਬ੍ਰਹਮ ਗਿਆਨੀ ਹੋਣ। ਜਿਹੜਾ ਬ੍ਰਹਮ ਗਿਆਨੀ ਹੈਗਾ, ਜਿਹਨੇ ਜਿਹੜਾ ਹੈਗਾ ਇਹ ਪ੍ਰਕਿਰਤੀ ਨੂੰ ਪਾਰ ਕਰ ਲਿਆ, ਉਹ ਸ਼ਬਦ ਰੂਪ ਹੈਗਾ ਭਾਈ। ਉਹ ਸ਼ਬਦ ਰੂਪ ਹੈਗਾ। ਭਾਵੇਂ ਜਿਹੜਾ ਹੈਗਾ ਉਹ ਸਰੀਰ ਦੇ ਵਿੱਚ ਹੈਗਾ, ਕਿਉਂਕਿ ਪਰਮਾਤਮਾ ਔਰ ਉਹਦੇ ਵਿੱਚ ਕਹਿੰਦੇ ਕੋਈ ਫਰਕ ਨਹੀਂ। ਕੀ ਮਤਲਬ ਜੋ ਪਰਮਾਤਮਾ ਦੇ ਗੁਣ ਹੈਗੇ, ਉਹ ਗੁਰੂ ਦੇ ਵਿੱਚ ਵੀ ਉਹੀ ਗੁਣ ਹੈਗੇ ਆ। ਫਰਕ ਨਹੀਂ ਹੈਗਾ ਦੋਨਾਂ ਦੇ ਵਿੱਚ। ਅਭੁੱਲ ਗੁਰੂ ਕਰਤਾਰ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਗੁਰ ਪੂਰੇ ਰਾਖਿਆ ਦੇ ਹਾਥ ਪ੍ਰਗਟ ਪਿਆ ਜਨ ਕਾ ਪ੍ਰਤਾਪ। ਗੁਰੂ ਗੁਰ ਜਪੀ ਗੁਰੂ ਗੁਰ ਧਿਆਈ। ਬਸ ਉਹ ਮਾਲਕ ਪਰਮਾਤਮਾ ਨੂੰ, ਪਰਮੇਸ਼ਰ ਦਾ ਨਾਮ ਜਪਦੇ ਆ, ਉਹਦਾ ਧਿਆਨ ਕਰਦੇ ਆ। ਜੀ ਕੀ ਅਰਦਾਸ ਗੁਰੂ ਪੈ ਪਾਈ। ਔਰ ਗੁਰੂ ਗੁਰੂ ਜਪੀ ਕਿਉਂ ਲਿਖਿਆ? ਕਹਿੰਦੇ ਕਿ ਸਿਰਫ ਆਪਣੇ ਗੁਰੂ ਦੇ ਅਨੁਸਾਰ ਹੀ ਚੱਲਦੇ ਆ। ਉਹ ਗੁਰੂ ਦੇ ਅਨੁਸਾਰ ਪੂਰੇ 100% ਗੁਰੂ ਦੀ ਆਗਿਆ ਜਿਹੜੀ ਹੈਗੀ ਮੰਨਦੇ ਆ। ਗੁਰੂ ਗੁਰੂ ਜਪੀ ਦਾ ਮਤਲਬ ਆ ਹੈਗਾ, ਜਪਣਾ ਮਾਲਕ ਪਰਮਾਤਮਾ ਹੀ ਹੈਗਾ। ਗੁਰੂ ਗੁਰੂ ਜਪੀ ਗੁਰੂ ਗੁਰ ਧਿਆਈ, ਜੀ ਕੀ ਅਰਦਾਸ ਗੁਰੂ ਪੈ ਪਾਈ। ਜੋ ਵੀ ਮਨ ਦੇ ਵਿੱਚ ਹੈਗੀ ਉਹ ਇੱਛਾ, ਕਹਿੰਦੇ ਗੁਰੂ ਦੇ ਕੋਲੋਂ ਉਹ ਪੂਰੀ ਹੋ ਜਾਂਦੀ ਹੈ। ਜੀ ਕੀ ਅਰਦਾਸ ਗੁਰੂ ਪੈ ਪਾਈ। ਗੁਰੂ ਸੁਪਰੀਮ ਹੈ ਉਹਨਾਂ ਦੇ ਵਾਸਤੇ। ਉਹ ਮਾਲਕ ਪਰਮਾਤਮਾ ਨੂੰ ਮਿਲਾਉਣ ਵਾਲਾ ਹੈਗਾ। ਉਹ ਗੁਰੂ ਦੀ ਗੱਲ ਜਿਹੜੀ ਹੈਗੀ ਸੁਪਰੀਮ ਮੰਨਦੇ ਆ। ਉਸ ਤੋਂ ਬਾਕੀ ਸਾਰੇ ਜੋ ਵੀ ਗਿਆਨ ਹੈ ਦੁਨੀਆ ਦਾ, ਉਹਨੂੰ ਉਸ ਤੋਂ ਥੱਲੇ ਸਮਝਦੇ। ਉਹਦੇ ਨਾਲ ਗੁਰੂ ਦੀ ਮੱਤ ਦੇ ਨਾਲ ਟੈਲੀ ਕਰਦੇ। ਗੁਰੂ ਗੁਰ ਜਪੀ ਗੁਰੂ ਗੁਰ ਧਿਆਈ, ਜੀ ਕੀ ਅਰਦਾਸ ਗੁਰੂ ਪੈ ਪਾਈ ਰਹਾਓ। ਸ਼ਰਨ ਪਰੇ ਸਾਚੇ ਗੁਰਦੇਵ। ਉਹ ਸੱਚੇ ਗੁਰਦੇਵ ਦੀ ਸ਼ਰਨ ਦੇ ਵਿੱਚ ਪਏ। ਸ਼ਰਨ ਦੇ ਵਿੱਚ ਪੈਣਾ ਕੀ ਹੈ? ਬਈ ਗੁਰੂ ਦੀ ਗੱਲ ਮੰਨਣੀ, 100% ਮੰਨਣੀ। ਸ਼ਰਨ ਪਰੇ ਸਾਚੇ ਗੁਰਦੇਵ। ਉਹ ਸੱਚੇ ਗੁਰਦੇਵ ਦੀ। ਸੱਚਾ ਕੀ ਹੁੰਦਾ? ਜਿਹੜਾ ਹਮੇਸ਼ਾ ਰਹਿਣ ਵਾਲਾ ਹੈ, ਜਿਹੜਾ ਇਹ ਸਮੇਂ ਤੋਂ ਅੱਗੇ ਨਿਕਲ ਗਿਆ, ਕਾਲ ਤੋਂ ਅੱਗੇ ਨਿਕਲ ਗਿਆ। ਸ਼ਰਨ ਪਰੇ ਸਾਚੇ ਗੁਰਦੇਵ, ਪੂਰਨ ਹੋਈ ਸੇਵਕ ਸੇਵ। ਇਸ ਤਰ੍ਹਾਂ ਜਿਹੜੇ ਸੇਵਾ ਭਾਵਨਾ ਦੇ ਨਾਲ ਸੇਵਕ ਸੇਵਾ ਕਰਦੇ ਆ, ਉਹਨਾਂ ਦੀ ਇੱਛਾ ਪੂਰੀ ਹੋ ਜਾਂਦੀ ਹੈ। ਜਿਉ ਪਿੰਡ ਜੋਬਨ ਰਾਖੇ ਪ੍ਰਾਣ। ਇਸ ਤਰ੍ਹਾਂ ਜਿਹੜਾ ਹੈ ਗੁਰੂ ਕੀ ਕਰਦਾ ਹੈ? ਉਹਨਾਂ ਦਾ ਜਿਉ, ਉਹਨਾਂ ਦਾ ਪਿੰਡ, ਉਹਨਾਂ ਦਾ ਜੋਬਨ, ਉਹਨਾਂ ਦੇ ਪ੍ਰਾਣ ਰੱਖ ਲੈਂਦਾ ਹੈ। ਕਿ ਕਾਹਦੇ 'ਚੋਂ ਰੱਖ ਲੈਂਦਾ ਹੈ? ਅਵਗੁਣਾਂ ਤੋਂ ਰੱਖ ਲੈਂਦਾ ਹੈ। ਜਿਉ ਪ੍ਰਾਣ ਜੋਬਨ ਰਾਖੇ ਪ੍ਰਾਣ। ਜਿਉ ਪਿੰਡ ਜੋਬਨ ਰਾਖੇ ਪ੍ਰਾਣ। ਇਸ ਤਰ੍ਹਾਂ ਰੱਖ ਲੈਂਦਾ ਹੈ, ਬਚਾ ਲੈਂਦਾ ਉਹਨਾਂ ਦਾ ਜੀਵਨ ਜਿਹੜਾ ਹੈਗਾ। ਉਹਨਾਂ ਨੂੰ ਅੱਗੇ ਜਿਹੜਾ ਹੈਗਾ ਮਾਇਆ ਜਿਹੜੀ ਹੈਗੀ ਆ, ਨਹੀਂ ਉਹਨਾਂ ਨੂੰ ਜਿਹੜਾ ਹੈਗਾ ਉਹ ਜਿਹੜਾ ਹੈਗਾ ਕਾਲਕ ਲਾ ਸਕਦੀ। ਕਹੋ ਨਾਨਕ ਗੁਰ ਕੋ ਕੁਰਬਾਨ। ਕਹਿੰਦੇ ਮੈਂ ਐਸੇ ਗੁਰੂ ਤੋਂ ਕੁਰਬਾਨ ਹਾਂ, ਐਸੇ ਗੁਰੂ ਤੋਂ ਕੁਰਬਾਨ ਹਾਂ। ਹਾਂਜੀ, ਲੜੀ ਪੂਰੀ ਹੋਏਗੀ। 8 ਸ਼ਬਦਾਂ ਦੀ ਲੜੀ ਸੀਗੀ।
ਅੱਗੇ ਪੰਜਵੀਂ ਪਾਤਸ਼ਾਹੀ ਦੇ ਫਿਰ ਜਿਹੜੀ ਹੈਗੀ ਲੜੀ ਦੂਸਰੀ ਸ਼ੁਰੂ ਹੋ ਰਹੀ ਹੈ। ਆਸਾ ਕਰਨ 8ਵਾਂ ਕਾਫੀ ਮਹੱਲਾ 5ਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ। ਮੈਂ ਬੰਦਾ ਬਹਿ ਖਰੀਦ ਸੱਚ ਸਾਹਿਬ ਮੇਰਾ। ਜਿਹੜੇ ਅਭਿਆਸੀ ਹੁੰਦੇ ਆ ਫਿਰ ਦੇਖੋ ਉਹ ਵਿਕ ਜਾਂਦੇ ਆ ਮਾਲਕ ਪਰਮਾਤਮਾ ਤੋਂ। ਕਹਿੰਦੇ ਮੈਂ ਤਾਂ ਬੰਦਾ ਬਹਿ ਖਰੀਦਿਆ, ਮੈਨੂੰ ਮੇਰੇ ਮਾਲਕ ਨੇ, ਮੇਰੇ ਮਾਲਕ ਦਾ ਬੰਦਾ ਹੈ ਮੈਂ, ਉਹ ਸੱਚੇ ਸਾਹਿਬ ਦਾ ਬੰਦਾ ਹੈਗਾ। ਉਹਨੇ ਮੈਨੂੰ ਖਰੀਦ ਲਿਆ ਮਾਲਕ ਨੇ, ਮੈਂ ਉਹਦਾ ਹੋ ਗਿਆ ਹੁਣ। ਮੈਂ ਬੰਦਾ ਬਹਿ ਖਰੀਦ ਸੱਚ ਸਾਹਿਬ ਮੇਰਾ, ਉਹੀ ਸੱਚਾ ਸਾਹਿਬ ਹੈ ਮੇਰਾ। ਜਿਉ ਪਿੰਡ ਸਭ ਤਿਸ ਦਾ, ਸਭ ਕੁਛ ਹੈ ਤੇਰਾ। ਉਸੇ ਮਾਲਕ ਪਰਮਾਤਮਾ ਦਾ ਦਿੱਤਾ ਹੋਇਆ ਜਿਉ ਵੀ ਹੈਗਾ, ਪਿੰਡ ਵੀ ਹੈਗਾ, ਸਾਰਾ ਕੁਛ ਤਾਂ ਮਾਲਕ ਦਾ ਦਿੱਤਾ ਹੋਇਆ। ਆਪਾਂ ਕਿਉਂ ਨਹੀਂ ਵਿਕੇ ਹੋਏ ਪਾਏ? ਜਿਉ ਪਿੰਡ ਸਭ ਤਿਸ ਦਾ, ਸਭ ਕੁਛ ਹੈ ਤੇਰਾ। ਮਾਣ ਨਿਮਾਣੇ ਤੂੰ ਧਣੀ ਤੇਰਾ ਪਰਵਾਸਾ। ਕਹਿੰਦੇ ਮੈਂ ਤਾਂ ਨਿਮਾਣਾ ਹੈਗਾ ਮਾਲਕਾ, ਮੇਰਾ ਕੀ ਮਾਣ ਹੈਗਾ? ਤੂੰ ਹੈ ਮੇਰਾ ਮਾਣ, ਤੂੰ ਹੈ ਮੇਰਾ ਮਾਲਕ, ਤੇਰਾ ਮੈਨੂੰ ਭਰੋਸਾ ਹੈਗਾ। ਬਿਨ ਸਾਚੇ ਅਨ ਟੇਕ ਹੈ ਸੋ ਜਾਣੋ ਕਾਚਾ। ਔਰ ਜਿਸਨੇ ਵੀ ਉਸ ਸੱਚੇ ਮਾਲਕ ਪਰਮਾਤਮਾ ਦੀ ਟੇਕ ਤੋਂ ਇਲਾਵਾ, ਉਹਦੇ ਆਸਰੇ ਤੋਂ ਇਲਾਵਾ ਜੇ ਕੋਈ ਹੋਰ ਆਸਰਾ ਲਿਆ ਆ ਮਾਇਆ ਦਾ, ਦੁਨੀਆ ਦਾ, ਲੋਕਾਂ ਦਾ, ਭਾਈ ਉਹ ਕੱਚਾ ਹੈਗਾ। ਬਿਨ ਸਾਚੇ ਅਨ ਟੇਕ ਹੈ ਸੋ ਜਾਣੋ ਕਾਚਾ। ਉਹ ਜਿਹੜਾ ਜਨਮ ਮਰਨ ਦੇ ਵਿੱਚ ਹੈਗਾ ਭਾਈ। ਰਹਾਓ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ। ਉਹ ਮਾਲਕ ਪਰਮਾਤਮਾ ਦਾ ਹੁਕਮ, ਮਾਲਕ ਪਰਮਾਤਮਾ ਦੀ ਖੇਡ, ਮਾਲਕ ਦੀ ਸ੍ਰਿਸ਼ਟੀ, ਕਹਿੰਦੇ ਉਹਦਾ ਪਾਰਾਵਾਰ ਹੀ ਨਹੀਂ ਹੈਗਾ ਮਾਲਕ ਦਾ। ਉਹਦੇ ਹੁਕਮ ਦਾ ਕੋਈ ਪਾਰਾਵਾਰ ਨਹੀਂ ਹੈਗਾ, ਕੋਈ ਅੰਤ ਨਹੀਂ ਪਾ ਸਕਦਾ ਭਾਈ ਮਾਲਕ ਦੇ ਅੰਦਰ ਕੀ ਹੈਗਾ। ਜਿਸ ਗੁਰ ਪੂਰਾ ਭੇਟ ਸੀ ਸੋ ਚੱਲੈ ਰਜਾਏ। ਜਿਹਨੂੰ ਪੂਰਾ ਗੁਰੂ ਮਿਲਦਾ ਹੈ, ਪੂਰੇ ਗੁਰੂ ਦੀ ਸਿੱਖਿਆ ਮਿਲ ਜਾਂਦੀ ਹੈ, ਪੂਰੇ ਗੁਰੂ ਦੀ ਗਾਈਡੈਂਸ ਮਿਲ ਜਾਂਦੀ ਹੈ, ਪੂਰੇ ਗੁਰੂ ਦਾ ਗਿਆਨ ਮਿਲ ਜਾਂਦਾ ਹੈ, ਉਹ ਜਿਹੜਾ ਹੈਗਾ ਉਸ ਮਾਲਕ ਦੀ ਰਜ਼ਾ ਦੇ ਵਿੱਚ ਚੱਲਦਾ ਹੈ। ਪੂਰਾ ਗੁਰੂ ਮਾਲਕ ਦੀ ਰਜ਼ਾ ਹੀ ਦੜਾਉਂਦਾ ਹੈ। ਚਤੁਰਾਈ ਸਿਆਣਪਾਂ ਕਿਤੇ ਕਾਮ ਨਾ ਆਈ ਹੈ। ਇਹ ਮੇਰੇ ਮਨਾ ਯਾਦ ਰੱਖ ਲਾ, ਇਹ ਲਿਵ ਵਾਲੇ ਰਸਤੇ ਦੇ ਉੱਤੇ, ਭਗਤੀ ਮਾਰਗ ਤੇ ਕੋਈ ਕਾਢ ਨਹੀਂ ਚੱਲਣੀ, ਕੋਈ ਚਤੁਰਾਈ, ਕੋਈ ਸਿਆਣਪ ਨਹੀਂ ਚੱਲਣੀ ਇਸ ਰਸਤੇ ਦੇ ਉੱਤੇ। ਕਿਤੇ ਕੰਮ ਨਹੀਂ ਆਉਣੀਆਂ। ਚਤੁਰਾਈ ਸਿਆਣਪਾਂ ਕਿਤੇ ਕਾਮ ਨਾ ਆਈ ਹੈ। ਟੁੱਠਾ ਸਾਹਿਬ ਜੋ ਦਵੈ ਸੋਈ ਸੁਖ ਪਾਈਏ। ਉਹ ਮਾਲਕ ਨੇ ਟੁੱਟ ਕੇ ਦੇਣਾ ਹੈ ਜੋ ਕੁਛ ਵੀ, ਉਹੀ ਸੁਖ ਹੈ ਭਾਈ, ਉਹੀ ਮਾਲਕ ਨੇ ਦਾਤ ਦੇਣੀ ਹੈ। ਤੇਰੀ ਚਤੁਰਾਈ, ਤੇਰੀ ਸਿਆਣਪ ਕੁਛ ਨਹੀਂ ਕਰੂਗੀ, ਉਹ ਰੁਕਾਵਟ ਪਾਏਗੀ, ਡਿਲੇ ਕਰੂਗੀ। ਜੇ ਲੱਖ ਕਰਮ ਕਮਾਈਏ ਕਿਛ ਪਵੇ ਨਾ ਬੰਧਾ। ਕਹਿੰਦੇ ਲੱਖਾਂ ਹੀ ਕਰਮ ਕਮਾ ਲਓ ਭਾਈ, ਲੱਖਾਂ ਹੀ ਕਰਮ ਕਰ ਲਓ ਆਪਣੀ ਜਿਹੜੀਆਂ ਚਤੁਰਾਈਆਂ ਦੇ ਨਾਲ, ਸਿਆਣਪਾਂ ਦੇ ਨਾਲ, ਕਰਮ ਕਾਂਡ ਧਰਮ ਦੇ ਰਸਤੇ ਦੇ ਉੱਤੇ। ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਇਹਨਾਂ ਨੂੰ ਬੰਨ ਨਹੀਂ ਪੈ ਸਕਦਾ। ਇਸ ਤਰੀਕੇ ਦੇ ਨਾਲ ਇਹ ਨਹੀਂ ਛੁੱਟ ਸਕਦੇ। ਲੱਖਾਂ ਕਰਮ ਕਮਾ ਲਓ, ਜੋ ਕੁਛ ਛੁੱਟਣ ਦਾ ਇੱਕੋ ਹੀ ਰਸਤਾ ਰੱਖਿਆ, ਇੱਕੋ ਹੀ ਤਰੀਕਾ ਰੱਖਿਆ ਹੈ ਮਾਲਕ ਪਰਮਾਤਮਾ ਨੇ। ਲੱਖਾਂ ਕਰਮ ਦੀ ਗੱਲ ਕਰ ਰਿਹਾ, ਇੱਕ ਦੋ ਨਹੀਂ। ਜੇ ਲੱਖ ਕਰਮ ਕਮਾਈਏ ਕਿਛ ਪਵੇ ਨਾ ਬੰਦਾ, ਨਹੀਂ ਬੰਨ ਪੈ ਸਕਦਾ ਭਾਈ। ਜਨ ਨਾਨਕ ਕੀਤਾ ਨਾਮ ਧਨ, ਨਾਮ ਧਰ ਹੋਰ ਛੋੜਿਆ ਧੰਦਾ। ਸਿਰਫ ਨਾਮ ਦਾ, ਨਾਮ ਤੋਂ ਬਗੈਰ, ਇਹ ਧਿਆਨ ਸਿਮਰਨ ਤੋਂ ਇਲਾਵਾ ਆਹੀ ਇੱਕ ਤਰੀਕਾ ਹੈਗਾ। ਕਹਿੰਦੇ ਬਾਕੀ ਸਾਰੇ ਧੰਦੇ ਆ ਭਾਈ, ਮੈਂ ਤਾਂ ਬਾਕੀਆਂ ਨੂੰ ਇੰਪੋਰਟੈਂਸ ਨਹੀਂ ਦਿੰਦਾ। ਹਾਂ, ਮੈਂ ਇਹਦਾ ਮਤਲਬ ਇਹ ਨਹੀਂ ਕਿ ਵੀ ਮੈਂ ਆਪਣਾ ਕੰਮ ਕਰਨਾ ਛੱਡ ਦਿੱਤਾ ਨਾ। ਉਹ ਕਹਿੰਦੇ ਮੈਂ ਇੰਪੋਰਟੈਂਸ ਨਹੀਂ ਦਿੰਦਾ, ਮੇਰਾ ਮੇਨ ਕੰਮ ਆ ਹੈਗਾ। ਨਾਮ ਧਾਰਿਆ ਮੇਰੀ, ਜਨ ਨਾਨਕ ਕੀਤਾ ਨਾਮ ਧਰ। ਨਾਮ ਦੀ ਟੇਕ ਲਈ ਆ, ਨਾਮ ਦੀ ਟੇਕ ਕੀਤੀ ਹੈ, ਨਾਮ ਦਾ ਆਧਾਰ ਬਣਾਇਆ ਨਾਮ ਨੂੰ, ਨਾਮ ਜੀਵਨ ਦਾ ਪ੍ਰਾਇਰਟੀ ਤੇ ਰੱਖਿਆ। ਆਸਾ ਮਹੱਲਾ ਪੰਜਵਾਂ। ਸਰਬ ਸੁਖਾ ਮੈਂ ਪਾਲਿਆ ਹਰ ਜੇਵੜ ਨਾ ਕੋਈ। ਮੈਂ ਸਾਰੇ ਸੁੱਖ ਦੇਖ ਲਏ ਭਾਈ, ਸਾਰੇ ਸੁੱਖ ਦੇਖ ਲਏ, ਪਾਲ ਕੇ ਦੇਖ ਲਏ। ਬਈ ਸੁੱਖ ਜਿਹੜਾ ਹੈਗਾ ਉਹ
ਮਾਲਕ ਪਰਮਾਤਮਾ ਦਾ ਸਾਥ ਹੀ ਸੁਖ ਹੈਗਾ, ਉਸ ਤੋਂ ਉੱਪਰ ਕੋਈ ਸੁਖ ਨਹੀਂ ਹੈਗਾ। ਸਰਬ ਸੁਖਾ ਮੈਂ ਪਾਲਿਆ, ਹਰ ਜੀਵੜ ਨਾ ਕੋਈ। ਕਿਉਂਕਿ ਸਾਰੇ ਸੁੱਖ ਜਿਹੜੇ, ਸਾਰਾ ਕੁਝ ਤਾਂ ਉਸ ਮਾਲਕ ਪਰਮਾਤਮਾ ਤੋਂ ਸਟਾਰਟ ਹੁੰਦਾ ਹੈ ਸਾਰਾ ਕੁਝ, ਤੇ ਉਸ ਤੋਂ ਉੱਪਰ ਕਿਹੜਾ ਸੁੱਖ ਹੋ ਸਕਦਾ ਭਾਈ। ਸਰਬ ਸੁਖਾ ਮੈਂ ਪਾਲਿਆ, ਹਰ ਜੀਵੜ ਨਾ ਕੋਈ। ਗੁਰ ਤੁੱਠੇ ਦੇ ਪਾਈਏ, ਸੱਚ ਸਾਹਿਬ ਸੋਈ। ਔਰ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਪ੍ਰਗਟ ਹੁੰਦਾ ਹੈ ਜੇ ਗੁਰੂ ਜਿਹੜਾ ਹੈਗਾ ਬ੍ਰਹਮ ਗਿਆਨੀ ਹੈ, ਜੇ ਜੋ ਕਹਿੰਦੇ ਆ ਉਹ ਕਰੀਏ ਆਪਾਂ। ਤੇ ਉਹ ਸੱਚਾ ਸਾਹਿਬ ਅਬਨਾਸੀ ਹਮੇਸ਼ਾ ਰਹਿਣ ਵਾਲਾ। ਗੁਰ ਤੁੱਠੇ ਤੇ ਪਾਈਏ, ਸੱਚ ਸਾਹਿਬ ਸੋਈ। ਉਹ ਨਾਮ ਔਰ ਉਹ ਸੱਚਾ ਸਾਹਿਬ ਇਸ ਤਰੀਕੇ ਦੇ ਨਾਲ ਗੁਰੂ ਕੋਲੋਂ, ਬ੍ਰਹਮ ਗਿਆਨੀਆਂ ਕੋਲੋਂ, ਬ੍ਰਹਮ ਗਿਆਨ ਦੇ ਦੁਆਰਾ ਲੱਭਦਾ ਹੈ। ਬਲਿਹਾਰੀ ਗੁਰ ਆਪਣੇ, ਸਦ ਸਦ ਕੁਰਬਾਨਾ। ਕਹਿੰਦੇ ਮੈਂ ਤਾਂ ਬਲਿਹਾਰ ਹਾਂ ਗੁਰੂ ਤੋਂ, ਆਪਣੇ ਗੁਰੂ ਤੋਂ ਬਲਿਹਾਰ ਹਾਂ, ਸਦ ਸਦ ਕਹਿੰਦੇ ਕੁਰਬਾਨ ਹਾਂ ਮੈਂ, ਹਮੇਸ਼ਾ ਕੁਰਬਾਨ ਹਾਂ। ਹੁਣ ਕਿਵੇਂ ਕੁਰਬਾਨ ਹੈ? ਖਾਲੀ ਬੋਲ ਦਿੱਤਾ ਬਲਿਹਾਰੀ ਗੁਰੂ ਆਪਣੇ, ਸਦ ਸਦ ਕੁਰਬਾਨਾ, ਹੋ ਗਏ ਕੁਰਬਾਨ। ਇਹ ਤਾਂ ਖਾਲੀ ਗੱਲਾਂ ਬਾਤਾਂ ਹੋਈਆਂ ਭਾਈ। ਕੁਰਬਾਨ ਹੋਣਾ ਹੈ, ਜੋ ਗੁਰੂ ਕਹਿ ਰਿਹਾ ਆ ਉਹ ਕਾਰਵਾਈ ਕਰਕੇ ਇਸ ਤਰੀਕੇ ਦੇ ਨਾਲ ਕੁਰਬਾਨ ਹੋਣਾ ਹੈ, ਗੁਰੂ ਦਾ ਹੁਕਮ ਮੰਨ ਕੇ। ਬਲਿਹਾਰੀ ਗੁਰੂ ਆਪਣੇ, ਸਦ ਸਦ ਕੁਰਬਾਨਾ। ਕਹਿੰਦੇ ਹਮੇਸ਼ਾ ਮੈਂ ਗੁਰੂ ਦੀ ਗੱਲ ਹੀ ਮੰਨਦਾ ਰਵਾਂ, ਬਸ ਇਸ ਤਰੀਕੇ ਦੇ ਨਾਲ। ਬਲਿਹਾਰ ਹਾਂ ਮੈਂ। ਬਲਿਹਾਰ ਦਾ ਕੀ ਮਤਲਬ ਹੈ? ਬਲਿਹਾਰ ਦਾ ਮਤਲਬ ਹੈ ਭਾਈ ਮੈਂ ਗੁਰੂ ਜੋ ਕਹਿ ਰਿਹਾ ਮੈਂ ਉਹ ਕੰਮ ਕਰਦਾ ਹੈ। ਕਿਵੇਂ ਬਲਿਹਾਰ ਹੋਣਾ ਹੈ? ਨਾਮ ਨਾ ਵਿਸਰੋਂ ਇੱਕ ਖਿਨ ਚਸਾ, ਇਹੋ ਕੀਜੇ ਦਾਨਾ। ਆ ਲਓ, ਆ ਭਾਈ, ਇਸ ਤਰ੍ਹਾਂ ਕੁਰਬਾਨ ਹੋਣਾ ਹੈ, ਇਸ ਤਰ੍ਹਾਂ ਬਲਿਹਾਰ ਹੋਣਾ ਹੈ। ਕਹਿੰਦੇ ਹੈ ਮੇਰੇ ਗੁਰੂ ਮੇਰੇ ਉੱਤੇ ਮਿਹਰ ਕਰ, ਮੈਂ ਨਾਮ ਇੱਕ ਚਸਾ, ਮਾੜਾ ਜਿਹਾ ਵੀ ਨਹੀਂ ਨਾ ਵਿਸਰਾਂ ਭਾਈ। ਨਾਮ ਨਾ ਵਿਸਰੋਂ ਇੱਕ ਚਸਾ, ਇਹੋ ਕੀਜੇ ਦਾਨਾ। ਆਹ ਦਾਨ ਕਰੋ ਮੈਨੂੰ, ਮੈਂ ਬਲਿਹਾਰ ਹਾਂ, ਹੁਕਮ ਮੰਨਣ ਨੂੰ ਤਿਆਰ ਹਾਂ। ਆਹੀ ਬਲਿਹਾਰ ਹੋਣਾ ਹੈ ਭਾਈ। ਭਾਗਟ ਸੱਚਾ ਰਹਾਓ, ਭਾਗਟ ਸੱਚਾ ਸੋਏ ਹੈ ਜਿਸ ਹਰ ਤਨ ਅੰਤਰ। ਕਹਿੰਦੇ ਹੋਇਆ ਭਾਗਾਂ ਵਾਲਾ, ਉਹ ਸੱਚਾ ਹੈਗਾ ਭਾਈ। ਉਹ ਕਿਹੜਾ? ਜਿਹਦੇ ਅੰਦਰ ਨਾਮ ਦਾ ਧਨ ਹੈਗਾ ਭਾਈ। ਜਿਹੜਾ ਨਾਮ ਦੇ ਵਿੱਚ ਸਵਾਸ ਲਗਾ ਰਿਹਾ ਹੈ, ਜਿਹੜਾ ਪ੍ਰੇਮਾ ਭਗਤੀ ਕਰ ਰਿਹਾ ਹੈ, ਜਿਹੜਾ ਇਹ ਨਾਮ ਧਨ ਇਕੱਠਾ ਕਰ ਰਿਹਾ, ਔਰ ਜਿਹਦੇ ਅੰਦਰ ਅੰਮ੍ਰਿਤ ਰਸ ਆ ਜਾਣਾ। ਭਾਗਟ ਸੱਚਾ ਸੋਏ ਹੈ ਜਿਸ ਹਾਰ ਤਨ ਅੰਤਰ, ਸੋ ਛੂਟੇ ਮਹਾਜਾਲ ਤੇ ਜਿਸ ਗੁਰ ਸ਼ਬਦ ਨਿਰੰਤਰ। ਲਓ ਦੇਖ ਲਓ, ਛੁੱਟਣਾ ਉਸਨੇ ਹੈ ਭਾਈ। ਇਹ ਮਹਾਜਾਲ ਪਾਇਆ ਹੋਇਆ ਮਾਲਕ ਪਰਮਾਤਮਾ ਨੇ। ਸੰਸਾਰ, ਇਹ ਚੋਗਾ, ਇਹ ਰਸਕਸ ਪਦਾਰਥ, ਇਹ ਜੀਵ, ਸਾਰਾ ਆਪਣਾ ਜਿਹੜੇ ਸੰਬੰਧੀ, ਸਾਖ ਸੰਬੰਧੀ, ਇਹ ਜਾਲ ਤੋਂ ਜਿਹਨੇ ਛੁੱਟਣਾ ਹੈ, ਮੋਹ ਜਾਲ ਤੋਂ, ਮਹਾਜਾਲ ਤੋਂ। ਮਹਾਜਾਲ ਕਹਿ ਰਹੇ ਮਹਾਰਾਜ, ਇਹ ਮਾਇਆ ਦਾ ਜਾਲ ਮਹਾਜਾਲ ਹੈ। ਸੋ ਛੂਟੇ ਮਹਾਜਾਲ ਤੇ ਜਿਸ ਗੁਰ ਸ਼ਬਦ ਨਿਰੰਤਰ, ਲਗਾਤਾਰ ਭਗਤੀ ਕਰਨੀ ਪੈਣੀ ਹੈ ਭਾਈ। ਜਿਸ ਗੁਰ ਸ਼ਬਦ ਨਿਰੰਤਰ, ਸ਼ਬਦ ਪ੍ਰਗਟ ਕਰਨਾ ਪੈਣਾ। ਗੁਰ ਕੀ ਮਹਿਮਾ ਕਿਆ ਕਹਾਂ, ਗੁਰ ਵਿਵੇਕ ਸਤਸਰ। ਕਹਿੰਦੇ ਗੁਰੂ ਦੀ ਮਹਿਮਾ ਮੈਂ ਕੀ ਕਹਿ ਸਕਦਾ। ਗੁਰੂ ਤਾਂ ਗਿਆਨ ਦਾ, ਵਿਵੇਕ ਬੁੱਧ ਦਾ ਸੱਚਾ ਸਰੋਵਰ ਹੈਗਾ ਭਾਈ। ਸੱਤ ਦਾ ਸਰੋਵਰ ਹੈਗਾ, ਉਹ ਸੱਤ ਬਣਾ ਦਿੰਦਾ, ਸਾਰੀ ਕਾਲਕ ਲਾ ਦਿੰਦਾ ਹੈ। ਐਸਾ ਸਰੋਵਰ ਹੈ ਗੁਰੂ। ਉਹ ਆਦ ਜੁਗਾਦੀ ਜੁਗੈ ਜੁਗ ਪੂਰਾ ਪਰਮੇਸ਼ਰ। ਉਹ ਤਾਂ ਆਦ ਤੋਂ ਜੁਗਾਂ ਜੁਗਾਂ ਤੋਂ ਜਿਹੜਾ ਮਾਲਕ ਪਰਮਾਤਮਾ ਹੈਗਾ, ਪੂਰਾ ਪਰਮੇਸ਼ਰ, ਉਹਦਾ ਰੂਪ ਹੈਗਾ। ਨਾਮ ਧਿਆਵੋ ਸਦ ਸਦਾ, ਹਰ ਹਰ ਮਨ ਰੰਗੇ। ਕਹਿੰਦੇ ਭਾਈ ਮਨੁੱਖੀ ਜੂਨ ਮਿਲੀ ਹੋਈ ਆ, ਹੇ ਮੇਰੇ ਮਨਾ ਕਰ ਲਾ ਇਹਨੂੰ, ਨਾਮ ਨੂੰ ਧਿਆਉਣਾ ਕਰ। ਨਾਮ ਧਿਆਵੋ ਸਦ ਸਦਾ, ਹਮੇਸ਼ਾ ਆਪਣੇ ਮਨ ਨੂੰ ਰੰਗ ਲਾ, ਆਪਣੇ ਮਨ ਨੂੰ ਰੰਗ ਲਾ। ਹੇ ਇਨਸਾਨ, ਹੇ ਸਿੱਖ, ਸਿੱਖਿਆ ਲੈਣ ਵਾਲਿਆ, ਨਾਮ ਧਿਆਵੋ ਸਦ ਸਦਾ, ਹਰ ਹਰ ਮਨ ਰੰਗੇ। ਆਪਣੇ ਮਨ ਨੂੰ ਰੰਗ ਲਾ ਪਰਮੇਸ਼ਰ ਦੀ ਭਗਤੀ ਦੇ ਨਾਲ।
ਜਿਉ ਪ੍ਰਾਣ ਧਨ ਗੁਰੂ ਹੈ, ਨਾਨਕ ਕੈ ਸੰਗੇ। ਕੀ ਕਹਿੰਦੇ ਆ? ਕਹਿੰਦੇ ਮੇਰਾ ਤਾਂ ਜਿਉ, ਮੇਰੇ ਪ੍ਰਾਣ, ਮੇਰਾ ਤਨ, ਸਾਰਾ ਕੁਛ ਗੁਰੂ ਹੈ ਭਾਈ, ਸਾਰਾ ਕੁਛ ਗੁਰੂ ਹੈ। ਜਿਉ ਪ੍ਰਾਣ ਧਨ ਗੁਰੂ ਹੈ, ਨਾਨਕ ਕੈ ਸੰਗੇ। ਉਹ ਅਭਿਆਸੀ ਦੇ ਹਮੇਸ਼ਾ ਅੰਗ ਸੰਗ ਹੁੰਦਾ। ਨਾਮ ਤੇ ਆਵੋ ਸਦ ਸਦਾ, ਹਰ ਹਰ ਮਨ ਰੰਗੇ। ਜਿਉ ਪ੍ਰਾਣ ਧਨ ਗੁਰੂ ਹੈ, ਨਾਨਕ ਕੈ ਸੰਗੇ। ਸਭ ਕੁਝ ਸਮਰਪਿਤ ਕਰ ਦਿੰਦੇ ਆ, ਜਿਉ ਵੀ, ਪ੍ਰਾਣ ਵੀ, ਤਨ ਵੀ, ਸਾਰਾ ਕੁਝ। ਆਸਾ ਮਹਲਾ ਪੰਜਵਾਂ। ਸਾਈਂ ਅਲਖ ਅਪਾਰ, ਭੋਰੀ ਮਨ ਵਸੈ। ਕਹਿੰਦੇ ਉਹ ਅਲਖ ਨਹੀਂ ਲਿਖਿਆ ਜਾਣ ਵਾਲਾ, ਉਹ ਅਪਾਰ ਜਿਹੜਾ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਜਿਹੜਾ ਇਹਨਾਂ ਤੋਂ ਜਿਹੜਾ ਹੈਗਾ, ਇਹਨਾਂ ਦੀ ਪਹੁੰਚ ਤੋਂ ਪਰੇ ਹੈਗਾ। ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੇ ਦੱਸੇ ਰਸਤੇ ਦੇ ਦੁਆਰਾ, ਇਹ ਧਿਆਨ ਸਿਮਰਨ ਦੇ ਦੁਆਰਾ, ਕਹਿੰਦੇ ਭੋਰਾ ਜਿਹਾ ਵੀ ਮਨ ਦੇ ਵਿੱਚ ਵਸ ਜਾਏ, ਭੋਰਾ ਜਿਹਾ ਵੀ, ਮਾੜੀ ਜਿਹੀ ਵੀ ਜਿਹੜਾ ਹੈਗਾ ਵਿਚਾਰ ਬੰਦ ਹੋ ਜਾਣ। ਸਾਈਂ ਅਲਖ ਅਪਾਰ, ਭੋਰੀ ਮਨ ਵਸੈ। ਦੁੱਖ ਦਰਦ ਰੋਗ ਮਾਏ, ਮੈਂਡਾ ਹੱਬ ਨਸੈ। ਕਹਿੰਦੇ ਮੇਰੇ ਦੁੱਖ ਦਰਦ ਰੋਗ ਸਾਰੇ, ਇਹ ਜਿਹੜੇ ਆਦਿ ਵਿਆਧੀ ਉਪਾਧੀ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਨਿੰਦਿਆ ਚੁਗਲੀ ਈਰਖਾ ਦ્વੈਤ ਤ੍ਰਿਸ਼ਨਾ, ਇਹ ਸਾਰੇ ਦੁੱਖ ਦਰਦ ਰੋਗ ਮਾਏ ਮੈਂਡਾ ਹੱਬ ਨਸੇ, ਸਾਰੇ ਦੂਰ ਹੋ ਜਾਂਦੇ। ਭੋਰੀ ਭੋਰ ਆ ਕੇ ਵੀ ਜੇ ਮਨ ਜਿਹੜਾ ਹੈ ਮੇਰਾ ਵਿਚਾਰ ਸ਼ੂਨਯ ਹੋ ਜਾਂਦਾ ਹੈ, ਉਹ ਮਾਲਕ ਪਰਮਾਤਮਾ ਵਸ ਜਾਂਦਾ ਹੈ। ਸਾਈਂ ਅਲਖ ਅਪਾਰ, ਭੋਰੀ ਮਨ ਵਸੈ, ਕਿਉਂਕਿ ਉਹ ਮਾਲਕ ਪਰਮਾਤਮਾ ਸੁਣਨਾ ਹੈਗਾ ਪਾਏ। ਸਾਈਂ ਅਲਖ ਅਪਾਰ, ਭੋਰੀ ਮਨ ਵਸੈ। ਦੁੱਖ ਦਰਦ ਰੋਗ ਮਾਏ, ਮੈਂਡਾ ਹੱਬ ਨਸੈ। ਹਉ ਵੰਜਾ ਕੁਰਬਾਨ, ਹਉ ਵੰਜਾ ਕੁਰਬਾਨ, ਸਾਈਂ ਆਪਣਾ। ਇਸ ਤਰੀਕੇ ਦੇ ਨਾਲ ਪਾਏ ਜਿਹੜਾ ਹੈਗਾ, ਕਹਿੰਦੇ ਮੈਂ ਮਾਲਕ ਪਰਮਾਤਮਾ ਤੋਂ ਕੁਰਬਾਨ ਹੋ ਜਾ, ਆਪਣੇ ਸਾਈਂ ਤੋਂ। ਕਿਸ ਤਰੀਕੇ ਦੇ ਨਾਲ? ਆਹੀ ਹੈ ਪਾਏ ਸੁਰਤ ਸਿਮਰਤ ਦੋਇ ਕੰਨੀ ਮੁੰਦਾ, ਪਰਮਿਤ ਬਾਹਰ ਖਿੰਥਾ। ਸੁਨ ਗੁਫਾ ਮੈਂ ਆਸਣ ਬੈਸਣ, ਕਲਪ ਵਿਵਰਜਿਤ ਪੰਥਾ। ਮੇਰੇ ਰਾਜਨ ਮੈਂ ਬੈਰਾਗੀ ਜੋਗੀ, ਮਰਤ ਨ ਸੋਗ ਬਿਯੋਗੀ। ਇਸ ਤਰੀਕੇ ਦੇ ਨਾਲ ਸਾਈਂ ਅਲਖ ਅਪਾਰ, ਭੋਰੀ ਮਨ ਵਸੈ। ਦੁੱਖ ਦਰਦ ਰੋਗ ਮਾਏ, ਮੈਂਡਾ ਹੱਬ ਨਸੈ। ਹਉ ਵੰਜਾ ਕੁਰਬਾਨ, ਸਾਈਂ ਆਪਣੇ। ਹੋਵੇ ਆਨੰਦ ਕਣਾ, ਮਨ ਤਨ ਜਾਪਣੇ। ਵਾਹ ਬਈ ਵਾਹ, ਕਹਿੰਦੇ ਘਣਾ ਆਨੰਦ ਹੋ ਜਾਂਦਾ ਹੈ, ਘਣਾ ਆਨੰਦ ਹੋ ਜਾਂਦਾ ਹੈ। ਮਨ ਔਰ ਤਨ ਜਿਹੜਾ ਹੈਗਾ, ਗਿਆਨ ਇੰਦਰੀਆਂ, ਕਰਮ ਇੰਦਰੀਆਂ, ਮਨ ਸਾਰਾ ਲੱਗ ਜਾਂਦਾ ਹੈ ਇਸੇ ਭਗਤੀ ਦੇ ਵਿੱਚ, ਜਪਣ ਦੇ ਵਿੱਚ, ਧਿਆਨ ਸਿਮਰਨ ਕਰਨ ਦੇ ਵਿੱਚ। ਰਹਾਓ ਬਿੰਦਕ ਗਾਲ ਸੁਣੀ, ਸੱਚੇ ਤਿਸ ਧਣੀ। ਕਹਿੰਦੇ ਆਹ ਗੱਲ ਜਿਹੜੀ ਹੈਗੀ ਉਸ ਸੱਚੇ ਧਣੀ ਦੀ, ਉਸ ਮਾਲਕ ਪਰਮਾਤਮਾ ਦੀ, ਆਹ ਧਿਆਨ ਸਿਮਰਨ ਵਾਲੀ ਗੱਲ, ਇਹ ਮਾੜੀ ਜੀ ਵੀ ਸੁਣ ਲਈ। ਬਿੰਦਕ ਗਾਲ ਸੁਣੀ, ਸੱਚੇ ਤਿਸ ਧਣੀ। ਸੁਖੀ ਹੂੰ ਸੁਖ ਪਾਏ, ਮਾਇਆ ਨਾ ਕੀਮ ਗਣੀ। ਕਹਿੰਦੇ ਸੁੱਖਾਂ ਤੋਂ ਸੁਖ ਪ੍ਰਾਪਤ ਕਰ ਲਿਆ। ਕਹਿੰਦੇ ਕੀਮਤ ਨਹੀਂ ਦੱਸੀ ਜਾ ਸਕਦੀ, ਮੈਂ ਕੀਮਤ ਨਹੀਂ ਦੱਸ ਸਕਦੀ ਜੇ ਬਿੰਦਕ ਵੀ ਮੈਂ ਜਿਹੜਾ ਹੈਗਾ ਉਸ ਸੱਚੇ ਧਣੀ ਦੀ ਜਿਹੜੀ ਹੈਗੀ ਗੱਲ, ਜਿਹੜੀ ਹੈਗੀ ਆ ਧਿਆਨ ਸਿਮਰਨ ਵਾਲੀ, ਇਹ ਭਗਤੀ ਦੀ, ਇਹ ਸੁਣ ਲਵਾਂ। ਬਿੰਦਕ ਗਾਲ ਸੁਣੀ, ਜੇ ਬਿੰਦਕ ਵੀ ਮੈਂ ਜਿਹੜਾ ਹੈਗਾ ਮੇਰਾ ਮਨ ਖੜਾ ਹੋ ਜਾਏ ਭਗਤੀ ਦੇ ਦੁਆਰਾ। ਬਿੰਦਕ ਗਾਲ ਸੁਣੀ, ਸੱਚੇ ਤਿਸ ਧਣੀ। ਸੁਖੀ ਹੋ ਸੁਖ ਪਾਏ, ਮਾਇਆ ਨਾ ਕੀਮ ਗਣੀ। ਨੈਣ ਪਸੰਦੋ ਸੋਏ, ਪੇਖ ਮੁਸਤਾਕ ਪਈ। ਲੋ ਪ੍ਰਗਟ ਹੋ ਗਏ, ਮਾਲਕ ਪ੍ਰਗਟ ਹੋ ਗਿਆ। ਕਹਿੰਦੇ ਮੇਰੇ ਨੈਣਾਂ ਨੂੰ ਪਸੰਦ ਸੀਗਾ ਜਿਹੜਾ ਮਾਲਕ ਪਰਮਾਤਮਾ, ਉਹ ਮੈਨੂੰ ਬਹੁਤ ਵੇਖ ਕੇ ਕਹਿੰਦੇ ਮੈਂ ਤਾਂ ਮਸਤ ਹੋ ਗਈ, ਹੁਣ ਮਸਤ ਹੋ ਗਈ ਮਾਲਕ ਨੂੰ, ਆਪਣੇ ਪਤੀ ਨੂੰ ਦੇਖ ਕੇ। ਨੈਣ ਪਸੰਦੋ ਸੋਏ, ਜਿਹੜਾ ਮੈਨੂੰ ਪਸੰਦ ਸੀਗਾ ਨੈਣਾ, ਦੇਖ ਲਿਆ ਹੁਣ ਉਹਨੂੰ। ਪੇਖ ਮੁਸਤਾਕ ਪਈ, ਮੈਂ ਮਸਤ ਹੋ ਗਈ। ਮੈਂ ਨਿਰਗੁਣੇ ਮੇਰੀ ਮਾਏ, ਆਪ ਲੜ ਲਾਏ ਲਈ।
ਕਿਵੇਂ ਪ੍ਰਗਟ ਹੋਇਆ? ਕਹਿੰਦੇ ਮਾਲਕ ਨੇ ਮਿਹਰ ਕੀਤੀ, ਉਹ ਪ੍ਰਗਟ ਹੋਇਆ ਆ। ਮੈਂ ਤਾਂ ਗੁਣ ਹੀ ਨਹੀਂ ਸੀ ਮੇਰੇ ਕੋਲ, ਹੇ ਮੇਰੀ ਮਾਂ, ਮੇਰੇ ਕੋਲ ਤਾਂ ਗੁਣ ਹੀ ਨਹੀਂ ਸੀਗਾ। ਉਹਨੇ ਆਪ ਆਪਣੇ ਲੜ ਨਾਲ ਲਗਾਇਆ ਮੈਨੂੰ। ਕਿਨੇ? ਉਹ ਮਾਲਕ ਪਰਮਾਤਮਾ ਨੇ। ਕਿਹੋ ਜਿਹਾ ਮਾਲਕ ਪਰਮਾਤਮਾ ਹੈਗਾ? ਵੇਦ ਕਤੇਬ ਸੰਸਾਰ ਹਵਾਹੂ ਬਾਹਰਾ। ਕਹਿੰਦੇ ਉਹ ਗਿਆਨ ਦੇ ਸਾਰਾ ਗਿਆਨ ਉਹਦੇ ਮਾਲਕ ਤੋਂ ਆਉਂਦਾ ਹੈ। ਮਾਲਕ ਇਹ ਗਿਆਨ ਤੋਂ ਬਾਹਰ ਹੈ, ਵੇਦਾਂ ਕਤੇਬਾਂ ਤੋਂ, ਸਾਰੀ ਦੁਨੀਆ ਦੇ ਗਿਆਨ ਤੋਂ ਬਾਹਰ ਹੈਗਾ ਭਾਈ। ਸਾਰੇ ਸੰਸਾਰ ਤੋਂ, ਪ੍ਰਕਿਰਤੀ ਤੋਂ ਪਰੇ ਹੈਗਾ। ਵੇਦ ਕਤੇਬ ਸੰਸਾਰ ਹਵਾਹੂ ਬਾਹਰਾ, ਸਾਰਿਆਂ ਤੋਂ, ਹਬ ਮਤਲਬ ਸਾਰੇ, ਸਾਰਿਆਂ ਤੋਂ ਬਾਹਰ ਹੈਗਾ। ਨਾਨਕ ਆ ਪਾਤਸ਼ਾਹ ਦਿਸੈ ਜਾਹਰਾ। ਉਹ ਮਾਲਕ ਪਰਮਾਤਮਾ ਪਾਤਸ਼ਾਹ ਹੈਗਾ ਭਾਈ। ਜਾਹਰਾ ਜ਼ਹੂਰ, ਹਾਜ਼ਰਾ ਹਜ਼ੂਰ। ਹੁਣ ਦੇਖੋ ਅੱਗੇ ਮਹਾਰਾਜ ਦੱਸ ਰਹੇ ਵੀ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਕਿਸ ਤਰੀਕੇ ਦੇ ਨਾਲ ਮਾਲਕ ਦੀ ਨੇੜਤਾ ਪ੍ਰਾਪਤ ਹੁੰਦੀ ਹੈ। ਆਸਾ ਮਹੱਲਾ ਪੰਜਵਾਂ। ਲੱਖ ਭਗਤ ਆਰਾਧੈ ਜਪਤੇ ਪੀਓ ਪੀਓ। ਕਹਿੰਦੇ ਲੱਖਾਂ ਹੀ ਭਗਤ ਹੈਗੇ, ਭਗਤੀ ਕਰਨ ਵਾਲੇ, ਆਰਾਧ ਰਹੇ, ਜਪ ਰਹੇ ਮਾਲਕ ਪਰਮਾਤਮਾ ਨੂੰ, ਪੀਓ ਪੀਓ ਮਾਲਕ ਪਰਮਾਤਮਾ ਦਾ ਨਾਮ। ਲੱਖਾਂ ਹੀ ਭਗਤ। ਕਵਨ ਯੁਕਤ ਮਿਲਾਵੋ ਨਿਰਗੁਣ ਵਿਖੀ ਜੀਓ। ਭਗਤ ਆਰਾਧਦੇ ਆ ਔਰ ਮਾਲਕ ਦੀ ਨੇੜਤਾ ਪ੍ਰਾਪਤ ਕਰ ਲੈਂਦੇ ਆ। ਮੈਂ ਜਿਹੜਾ ਹੈਗਾ, ਮੈਂ ਕਿਸ ਤਰ੍ਹਾਂ ਜਿਹੜਾ ਹੈਗਾ ਉਸ ਮਾਲਕ ਪਰਮਾਤਮਾ ਨੂੰ ਕਿਹੜੀ ਯੁਕਤੀ ਦੇ ਨਾਲ ਮਿਲਾਵਾਂ ਆਪਣੇ ਆਪ ਨੂੰ? ਮੈਂ ਕਿਹੜੇ ਮੂੰਹ ਨਾਲ ਮਿਲਾਵਾਂ? ਮੈਂ ਤਾਂ ਨਿਰਗੁਣ ਹੈਗਾ, ਕੋਈ ਗੁਣ ਹੀ ਨਹੀਂ ਹੈ ਮੇਰੇ ਅੰਦਰ। ਮੈਂ ਤਾਂ ਵਿਸ਼ੇ ਵਿਕਾਰੀ ਹੈਗਾ। ਮੈਂ ਤਾਂ ਪੂਰਾ ਦਾ ਪੂਰਾ ਗਲਤਾਨ ਹੈਗਾ ਮਾਇਆ ਦੇ ਵਿੱਚ। ਮੈਂ ਕਿਵੇਂ ਆਪਣੇ ਆਪ ਨੂੰ ਮਿਲਾ ਲਾਂ ਮਾਲਕ ਪਰਮਾਤਮਾ ਨੂੰ? ਲੱਖ ਭਗਤ ਆਰਾਧਦੇ ਜਪਤੇ ਪੀਓ ਪੀਓ। ਲੱਖਾਂ ਹੀ ਭਗਤ ਹੈਗੇ, ਆਰਾਧਦੇ ਆ, ਉਹ ਮਾਲਕ ਦੀ ਨੇੜਤਾ ਪ੍ਰਾਪਤ ਕਰ ਲੈਂਦੇ। ਕਵਨ ਯੁਕਤ ਮਿਲਾਵੋ ਨਿਰਗੁਣ ਵਿਖਈ ਜੀਓ। ਮੇਰਾ ਜੀਓ ਤਾਂ ਵਿਸ਼ੇ ਵਿਕਾਰੀ ਹੈਗਾ ਪੂਰਾ ਦਾ ਪੂਰਾ, ਕੋਈ ਗੁਣ ਨਹੀਂ ਹੈਗਾ। ਕਿਹੜੀ ਯੁਕਤੀ ਦੇ ਨਾਲ ਮਿਲਾਵਾਂ ਮੈਂ? ਤੇਰੀ ਟੇਕ ਗੋਬਿੰਦ ਗੋਪਾਲ ਦਿਆਲ ਪ੍ਰਭ। ਬਸ ਆ ਯੁਕਤੀ ਆ ਗਈ। ਹੁਣ ਮਾਲਕ ਦਾ ਆਸਰਾ ਕਰੋ। ਮਾਲਕਾ ਜਿਹੇ ਜਿਹਾ ਵੀ ਹੈਗਾ ਤੇਰਾ ਹੈਗਾ, ਜਿਹੇ ਜਿਹਾ ਵੀ ਹੈਗਾ ਤੇਰਾ ਹੈਗਾ। ਆਪਣੇ ਆਪ ਨੂੰ ਬਿਲਕੁਲ ਸਮਰਪਿਤ ਕਰ ਦਿਓ। ਇੱਥੋਂ ਯਾਤਰਾ ਸ਼ੁਰੂ ਹੋਣੀ ਹੈ। ਤੇਰੀ ਟੇਕ ਗੋਬਿੰਦ ਗੋਪਾਲ ਦਿਆਲ ਪ੍ਰਭ। ਉਹ ਤਾਂ ਦਿਆਲੂ ਹੈਗਾ, ਉਹ ਸਾਰਿਆਂ ਦਾ ਮਾਲਕ ਹੈਗਾ, ਧਰਤੀ ਦਾ ਮਾਲਕ ਹੈਗਾ, ਸਾਰਿਆਂ ਨੂੰ ਪਾਲਣ ਵਾਲਾ ਹੈਗਾ। ਗੋਬਿੰਦ ਗੋਪਾਲ ਤੇਰੀ ਟੇਕ, ਉਹਦੀ ਟੇਕ ਲਈਏ ਆਪਾਂ। ਤੂੰ ਸਭਨਾ ਕੇ ਨਾਥ ਤੇਰੀ ਸ੍ਰਿਸ਼ਟ ਸਭ। ਮਾਲਕਾ ਤੂੰ ਸਾਰਿਆਂ ਦਾ ਮਾਲਕ ਹੈਗਾ, ਸਾਰੀ ਸ੍ਰਿਸ਼ਟੀ ਤੇਰੀ ਹੈਗੀ ਆ। ਮੈਂ ਵੀ ਤਾਂ ਤੇਰਾ ਹੀ ਹੈਗਾ ਆ। ਇਹ ਤੇਰੀ ਤਾਂ ਖੇਡ ਪਾਈ ਹੋਈ ਹੈ। ਕਾਮ ਕ੍ਰੋਧ ਲੋਭ ਹੰਕਾਰ ਮੈਂ ਥੋੜੀ ਨਾ ਪਾਈ ਹੋਈ ਆ। ਤੂੰ ਸਾਰੀ ਦੀ ਸਾਰੀ ਮਾਇਆ ਜਿਹੜੀ ਹੈ ਠੱਗ ਬੋਟੀ ਜੇ ਤੇਰੀ ਖਿਲਾਰੀ ਹੋਈ ਹੈ। ਤੂੰ ਸਭਨਾ ਕੇ ਨਾਥ ਤੇਰੀ ਸ੍ਰਿਸ਼ਟ ਸਭ ਰਹਾਓ। ਸਦਾ ਸਹਾਈ ਸੰਤ ਪੇਖੈ ਸਦਾ ਹਜੂਰ। ਮਾਲਕਾ ਤੇਰੇ ਸਾਧੂ ਜਿਹੜੇ ਸੰਤ ਭਗਤੀ ਕਰਨ ਵਾਲੇ, ਉਹਨਾਂ ਦੇ ਉਤ ਪ੍ਰਗਟ ਹੈ, ਉਹਨਾਂ ਦੇ ਅੰਦਰ ਤੂੰ ਪ੍ਰਗਟ ਹੋ ਜਾਂਦਾ ਹੈ, ਉਹਨਾਂ ਦੇ ਅੰਗ ਸੰਗ ਹੁੰਨਾ ਹੈ ਤੂੰ। ਨਾਮ ਵਿਹੁਣੜਿਆ ਸੇ ਮਰਨ ਵਿਸੂਰ ਵਿਸੂਰ। ਨਾਮ ਤੂੰ ਸਖਣੇ ਜਿਹੜੇ ਹੈਗੇ ਉਹ ਤਾਂ ਜਿਹੜੇ ਹੈਗੇ ਦੁਖੀ ਹੋ ਕੇ ਜਿਹੜੇ ਹੈਗੇ ਮੈਜੋਰਟੀ ਜਿਹੜੀ ਹੈ ਮਰੀ ਜਾ ਰਹੀ ਹੈ, ਆਪਣਾ ਜੀਵਨ ਜਿਹੜਾ ਗਵਾ ਕੇ। ਦਾਸ ਦਾਸਨ ਤਣ ਪਾਏ ਮਿਟਿਆ ਤਿਨਹਾ ਗਾਉਣ। ਜਿਹੜੇ ਦਾਸਾਂ ਦੇ ਵੀ ਦਾਸ ਬਣਦੇ ਆ, ਉਹਨਾਂ ਦੇ ਜਿਹੜੇ ਹੈਗੇ ਉਹਨਾਂ ਦਾ ਗਾਉਣ ਜਿਹੜਾ ਹੈਗਾ ਭਾਏ ਪਿਆਰ ਦੇ ਨਾਲ ਪ੍ਰੇਮਾ ਭਗਤੀ ਕਰਦੇ, ਦਾਸਾਂ ਦੇ ਦਾਸ ਹੋ ਕੇ ਉਹਨਾਂ ਦਾ ਜਿਹੜਾ ਹੈਗਾ ਇਹ ਆਵਾਗਾਉਣ ਮਿਟ ਜਾਂਦਾ, ਉਹ ਤੈਨੂੰ ਮਿਲ ਜਾਂਦੇ ਆ। ਤੇਰੀ ਖੇਡ ਹੈਗੀ ਆ। ਵਿਸਰਿਆ ਜਿਨ੍ਹਾਂ ਨਾਮ ਤੇ ਨਾੜਾ ਹਾਲ ਕੌਣ। ਕਹਿੰਦੇ ਜਿਹੜੇ ਨਾਮ ਵਾਲੇ ਪਾਸੇ ਆਉਂਦੇ ਹੀ ਨਹੀਂ ਹੈਗੇ ਤੇ ਉਹਨਾਂ ਦਾ ਕਹਿੰਦੇ ਮੈਂ ਕੀ ਹਾਲ ਦੱਸਾਂ, ਉਹਨਾਂ ਦਾ ਕੀ ਹਾਲ ਹੋਊਗਾ। ਤੇ ਨਾੜਾ ਹਾਲ ਕੌਣ, ਉਹਨਾਂ ਦਾ ਕੀ ਬਿਆਨ ਕੀਤਾ ਜਾ ਸਕਦਾ ਹੈ, ਉਹਨਾਂ ਦੀ ਕੀ ਹਾਲਤ ਹੋਏਗੀ। ਵਿਸਰਿਆ ਜਿਨ੍ਹਾਂ ਨਾਮ ਤੇ ਨਾੜਾ ਹਾਲ ਕੌਣ। ਜੈਸੇ ਪਸ਼ु ਹਰਿਆਓ ਤੈਸਾ ਸੰਸਾਰ ਸਭ।
ਇਹ ਸੰਸਾਰ ਕੀ ਹੈਗਾ? ਕਹਿੰਦੇ ਚਾਰਾ ਹੈਗਾ, ਜਿਵੇਂ ਪਸ਼ੂ ਹੈਗਾ, ਬਸ ਮਾੜਾ ਜਿਹਾ ਵੀ ਚਾਂਸ ਲੱਭੇ ਉਹਨੂੰ ਹਰੇ ਦੇ ਵਿੱਚ, ਉਹਨੇ ਫੱਟ ਜਾ ਕੇ ਜਿਹੜਾ ਹੈਗਾ ਹਰੇ ਦੇ ਵਿੱਚ ਵੜ ਜਾਣਾ ਹੈ, ਔਰ ਡੰਡੇ ਖਾਣੇ ਉਹਨੇ। ਜੈਸੇ ਪਸ਼ੂ ਹਰਿਆਓ ਤੈਸਾ ਸੰਸਾਰ ਸਭ। ਇਹ ਚੋਗਾ ਐਸਾ ਖਿਲ ਰਿਹਾ ਪਿਆ ਹੈ, ਇੰਨਾ ਜਿਹੜਾ ਅਟਰੈਕਟਿਵ ਹੈਗਾ। ਕਿੰਨੇ ਕਿੰਨੇ ਦੇਖੋ, ਕਿੰਨੇ ਕਿੰਨੇ ਜਿਹੜੇ ਆ 5 ਗਿਆਨ ਇੰਦਰੀਆਂ ਹੈਗੀਆਂ, 5 ਕਰਮ ਇੰਦਰੀਆਂ ਹੈਗੀਆਂ, 5 ਗਿਆਨ ਇੰਦਰੀਆਂ ਦਾ ਅਲੱਗ-ਅਲੱਗ ਚੋਗਾ ਹੈਗਾ, ਔਰ ਉਹਦੇ ਵਿੱਚ ਅਲੱਗ-ਅਲੱਗ ਵੈਰਾਈਟੀ ਦੇ ਪਕਵਾਨ ਪਰੋਸੇ ਹੋਏ। ਜੈਸੇ ਪਸ਼ ਹਰਿਆਓ ਤੈਸਾ ਸੰਸਾਰ ਸਭ, ਨਾਨਕ ਬੰਧਨ ਕਾਟ ਮਿਲਾਵੋ ਆਪ ਪ੍ਰਭ। ਦੇਖ ਲਓ ਭਾਈ, ਸਟਾਰਟਿੰਗ ਪੁੱਛਿਆ ਸੀ ਮਹਾਰਾਜ ਨੇ ਸ਼ਬਦ, ਲਾਖ ਭਗਤ ਆਰਾਧੇ ਜਪਤੇ ਪਿਓ ਪਿਓ, ਕਵਨ ਚੁਕਤ ਮਿਲਾਵੋ ਨਿਰਗੁਣ ਬਿਖੀ ਜਿਓ। ਕਿਵੇਂ ਮਿਲਾਵਾਂ? ਕਿਵੇਂ ਮਾਲਕਾ? ਕਿਵੇਂ? ਮੈਂ ਤਾਂ ਵਿਸ਼ੇ ਵਿਕਾਰੀ ਹੈਗਾ, ਮੈਂ ਤਾਂ ਕੋਈ ਗੁਣ ਨਹੀਂ ਹੈਗਾ। ਹੁਣ ਆਖਰੀ ਲਾਈਨ ਆ ਗਈ, ਨਾਨਕ ਬੰਧਨ ਕਾਟ ਮਿਲਾਵੋ ਆਪ ਪ੍ਰਭ। ਸਮਰਪਿਤ ਕਰੋ ਆਪਣੇ ਆਪ ਨੂੰ ਭਾਈ, ਆਪਾਂ ਸਮਰਪਿਤ ਕਰੀਏ। ਉਹ ਆ ਬੰਧਨ ਕੱਟਣ ਵਾਲਾ ਤੇ ਬੰਧਨ ਪਾਉਣ ਵਾਲਾ। ਨਾਨਕ ਬੰਧਨ ਕਾਟ ਮਿਲਾਵੋ ਆਪ ਪ੍ਰਭ। ਆਹ ਆਪਣੇ ਅੰਦਰੋਂ ਨਿਕਲੇ ਪੁਕਾਰ, ਹਿਰਦੇ ਚੋਂ ਆਹ ਪੁਕਾਰ ਚਾਹੀਦੀ ਹੈ। ਜੈਸੇ ਪਸ ਹਰਿਆਓ ਤੈਸਾ ਸੰਸਾਰ ਸਭ, ਨਾਨਕ ਬੰਧਨ ਕਾਟ ਮਿਲਾਵੋ ਆਪ ਪ੍ਰਭ। ਇਹ ਜੀ ਸੇਧ ਕਿਤੇ ਮਿਲ ਸਕਦੀ ਹੈ ਭਾਈ? ਇਹ ਜੀ ਸੇਧ, ਇਹ ਜਿਹਾ ਗਿਆਨ ਕਿਤੇ ਲੱਭ ਸਕਦਾ ਹੈ? ਆਸਾ ਮਹੱਲਾ ਪੰਜਵਾਂ। ਹੱਬੇ ਥੋਕ ਵਿਸਾਰ ਹਿੱਕੋ ਖਿਆਲ ਕਰ। ਲਓ ਆ ਗਿਆ। ਕਹਿੰਦੇ ਛੱਡ ਦੇ ਫਿਰ ਸਾਰੇ ਥੋਕ ਦੇ ਵਿੱਚ ਜੋ ਕੁਛ ਖਿਲ ਰਿਹਾ ਚੋਗਾ, ਜੋ ਵੀ ਤੇਰੇ ਚਾਰ ਚੁਫੇਰੇ ਮਾਇਆ ਦਾ ਜਾਲ ਹੈਗਾ, ਮਤ ਉਹਦੇ ਵੱਲ ਧਿਆਨ ਲਗਾ। ਉਹ ਜਿਹੇ ਜਿਹਾ ਹੋ ਰਿਹਾ, ਚੱਲ ਰਿਹਾ, ਚੱਲੀ ਜਾਣ ਦੇ ਉਹਨੂੰ। ਹੱਬੇ ਥੋਕ ਵਿਸਾਰ ਹਿੱਕੋ ਖਿਆਲ ਕਰ। ਇੱਕੋ ਚੀਜ਼ ਖਿਆਲ ਕਰ, ਇੱਕ ਚੀਜ਼ ਬਸ, ਇੱਕ ਚੀਜ਼ ਦਾ ਧਿਆਨ ਵੱਲ ਦੇ, ਇੱਕੋ ਚੀਜ਼ ਵੱਲ ਧਿਆਨ ਦੇ। ਝੂਠਾ ਲਾਹੇ ਗੁਮਾਨ ਮਨ ਤਨ ਅਰਪ ਤਰ। ਝੂਠੀ ਆਕੜ, ਝੂਠਾ ਗੁਮਾਨ, ਫੋਕੀ ਦੁਨੀਆ ਦੀ ਵਡਿਆਈ ਛੱਡ ਦੇ, ਔਰ ਮਨ ਔਰ ਤਨ ਅਰਪ ਕਰਦੇ ਮਾਲਕ ਦੇ। ਜਿਹੇ ਜਿਹਾ ਵੀ ਹੈਗਾ ਸਾਹਮਣੇ ਰੱਖ ਦੇ ਮਾਲਕ ਪਰਮਾਤਮਾ ਦੇ, ਜਿਹੇ ਜਿਹਾ ਵੀ ਹੈਗਾ ਸਾਹਮਣੇ ਰੱਖ ਦੇ। ਹੱਬੇ ਥੋਕ ਵਿਸਾਰ ਹਿੱਕੋ ਖਿਆਲ ਕਰ। ਝੂਠਾ ਲਾਹੇ ਗੁਮਾਨ ਮਨ ਤਨ ਅਰਪ ਤਰ। 8 ਪੈਰ ਸਲਾਹੇ ਸਿਰਜਣਹਾਰ ਤੂੰ। ਬਸ ਲੱਗ ਜਾ ਉਸ ਮਾਲਕ ਪਰਮਾਤਮਾ ਦੇ ਧਿਆਨ ਸਿਮਰਨ ਦੇ ਵਿੱਚ, ਉਸ ਸਿਰਜਣਹਾਰ ਨੂੰ ਜਿਹਨੇ ਪੈਦਾ ਕੀਤਾ ਹੈ, ਜਿਹਨੇ ਦੁਨੀਆ ਬਣਾਈ ਹੈ। 8 ਪਹਿਰ ਸਲਾਹੇ ਸਿਰਜਣਹਾਰ ਤੂੰ। ਜੀਵਾਂ ਤੇਰੀ ਦਾਤ ਜੀ ਕਿਰਪਾ ਕਰੋ ਮੂੰਹ। ਬਸ ਕਹਿੰਦੇ ਮੈਂ ਕੀ ਆਰਾਧ ਸਕਦਾ 8 ਪਹਿਰ ਉਸ ਸਿਰਜਣਹਾਰ ਨੂੰ। ਦਾਤ ਕਰ ਮਾਲਕਾ, ਮੈਂ ਜਿਉਂਦਾ ਹੋ ਜਾ, ਕਿਰਪਾ ਕਰ ਮੇਰੇ ਉੱਤੇ। ਮੂੰਹ ਦਾ ਮਤਲਬ ਮੇਰੇ ਉੱਤੇ। 8 ਪੈਰ ਸਲਾਹੇ ਸਿਰਜਣਹਾਰ ਤੂੰ। ਮੈਂ ਤੈਨੂੰ 8 ਪੈਰ ਸਲਾਉਂਦਾ ਰਵਾਂ। ਹੇ ਮੇਰੇ ਮਾਲਕਾ, ਹੇ ਸ੍ਰਿਸ਼ਟੀ ਨੂੰ ਬਣਾਉਣ ਵਾਲਿਆ, ਜੀਵਾਂ ਤੇਰੀ ਦਾਤ ਕਰ ਮੇਰੇ ਉੱਤੇ, ਮੈਂ ਜਿਉਂਦਾ ਹੋ ਜਾ। ਕਿਰਪਾ ਕਰੋ ਮੂੰਹ, ਮੇਰੇ ਉੱਤੇ ਕਿਰਪਾ ਕਰੋ। ਰਹਾਓ। ਸੋਈ ਕੰਮ ਕਮਾਏ ਜਿਤ ਮੁਖ ਉਜਲਾ। ਸੋਈ ਲੱਗੈ ਸੱਚ ਜਿਸ ਤੂੰ ਦੇ ਅੱਲਾ। ਸੋਈ ਕੰਮ ਕਮਾਏ ਜਿਤ ਮੁਖ ਉਜਲਾ। ਮਾਲਕਾ, ਉਹੀ ਕੰਮ ਕਮਾਵਾਂ ਮੈਂ ਜਿਹਦੇ ਨਾਲ ਮੇਰਾ ਮੁਖ ਉਜਲ ਹੋ ਜਾਏ। ਸੋਈ ਲੱਗੈ ਸੱਚ ਜਿਸ ਤੂੰ ਦੇ ਅੱਲਾ। ਔਰ ਇਹ ਸੱਚ ਦੇ ਨਾਲ ਉਹੀ ਲੱਗਦਾ ਹੈ ਜਿਹਨੂੰ ਹੈ ਅੱਲਾ ਤੂੰ ਦਿੰਦਾ ਹੈ ਮਾਲਕਾ। ਜੋ ਨ ਟਹੰਦੋ ਮੂਲ ਸੋ ਕਰ ਰਾਸ ਕਰ। ਬਣਾ ਫਿਰ ਐਸਾ ਹਿਰਦਾ ਕਰ, ਐਸਾ ਬਣਾ ਲਾ ਜਿਹੜਾ ਢਹਿ ਨਾ, ਬਿਲਕੁਲ ਨਾ ਢਹਿ। ਐਸਾ ਰਾਸ ਕਰ, ਐਸਾ ਨਾਮ ਤਨ ਇਕੱਠਾ ਕਰ। ਜੋ ਨ ਟਹੰਦੋ ਮੂਲ ਸੋ ਕਰ ਰਾਸ ਕਰ। ਹਿੱਕੋ ਚਿੱਤ ਵਸਾਏ ਕਦੇ ਨਾ ਜਾਏ ਮਰ। ਇੱਕੋ ਉਸ ਮਾਲਕ ਪਰਮਾਤਮਾ ਨੂੰ ਚਿੱਤ ਦੇ ਵਿੱਚ ਵਸਾ ਲਾ, ਤੇ ਨਹੀਂ ਜਿਹੜਾ ਹੈਗਾ
ਮਰੇਗਾ ਭਾਈ ਆਤਮਿਕ ਮੌਤ ਕਦੇ ਵੀ। ਤਿਨ੍ਹਾਂ ਪਿਆਰਾ ਰਾਮ ਜੋ ਪ੍ਰਭ ਭਾਣਿਆ, ਤਿਨ੍ਹਾਂ ਪਿਆਰਾ, ਉਹਨਾਂ ਨੂੰ ਹੀ ਉਹ ਪਿਆਰਾ ਹੈ ਪਰਮਾਤਮਾ ਜੋ ਪ੍ਰਭ ਭਾਣੇ, ਜਿਹੜੇ ਮਾਲਕ ਨੂੰ ਪਾ ਗਏ ਉਹਨਾਂ ਨੂੰ, ਜਿਨ੍ਹਾਂ ਨੂੰ ਮਾਲਕ ਪਾ ਗਿਆ ਉਹ ਮਾਲਕ ਨੂੰ ਪਾ ਜਾਂਦੇ ਆ ਭਾਈ। ਤਿਨ੍ਹਾਂ ਪਿਆਰਾ ਰਾਮ ਜੋ ਪ੍ਰਭ ਭਾਣਿਆ, ਗੁਰ ਪ੍ਰਸਾਦ ਅਕਥ ਨਾਨਕ ਵਖਾਣਿਆ। ਕਹਿੰਦੇ ਭਾਈ ਗੁਰੂ ਦੀ ਕਿਰਪਾ ਦੇ ਨਾਲ ਉਸ ਅਕਥ ਜਿਹੜਾ ਨਹੀਂ ਕਥਿਆ ਜਾ ਸਕਦਾ ਉਹ ਮਾਲਕ ਪਰਮਾਤਮਾ, ਉਹਨੂੰ ਵਖਾਣਿਆ। ਨਾਨਕ ਨੇ ਵੀ ਵਖਾਣਿਆ। ਨਾਨਕੇ ਬਹੁਤ ਘੱਟ ਆਉਂਦਾ ਹੈ ਨਾਨਕ ਦੇ ਕੱਕੇ ਦੀ ਸਿਹਾਰੀ। ਕਹਿੰਦੇ ਨਾਨਕ ਨੇ ਵੀ ਉਹਨੂੰ ਹੀ ਵਖਾਣਿਆ ਆ ਭਾਈ, ਗੁਰੂ ਦੇ ਪ੍ਰਸਾਦ ਦੇ ਨਾਲ ਹੀ ਵਖਾਣਿਆ ਹੈ। ਇਹ ਥੋੜੀ ਨਾ ਵੀ ਗੁਰੂ ਹੋਰ ਕੁਛ ਕਰਦੇ ਤੇ ਆਪਾਂ ਨੂੰ ਹੋਰ ਕੁਛ ਕਹਿੰਦੇ। ਆਸਾ ਮਹੱਲਾ ਪੰਜਵਾਂ। ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ। ਕਹਿੰਦੇ ਜਿਨ੍ਹਾਂ ਨੂੰ ਨਾਮ ਨਹੀਂ ਵਿਸਰਦਾ ਉਹ ਕਿਹੜੀ ਕੈਟੇਗਰੀ 'ਚ ਆਉਂਦੇ ਆ, ਕਿਹੋ ਜਿਹੇ ਹੁੰਦੇ ਆ, ਉਹ ਕਿਹੜੇ ਗਰੁੱਪ ਦੇ ਵਿੱਚ ਉਹਨਾਂ ਨੂੰ ਰੱਖੀਏ। ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਿਆ ਕਿਹੋ ਜਿਹੇ ਹੈਗੇ ਉਹ। ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਕਹਿੰਦੇ ਸਰੀਰ ਦਾ ਭੇਦ ਨਾ ਸਮਝੋ। ਕਹਿੰਦੇ ਉਹ ਮਾਲਕ ਪਰਮਾਤਮਾ ਵਰਗਾ ਹੀ ਹੈ, ਉਹਨਾਂ ਦੇ ਅੰਦਰ ਵੀ ਉਹੀ ਗੁਣ ਹੈ ਜੋ ਮਾਲਕ ਦੇ ਅੰਦਰ ਗੁਣ ਹੈਗੇ ਆ ਭਾਈ। ਭੇਦ ਨਾ ਜਾਣੋ ਮੂਲ, ਉਹ ਬਿਲਕੁਲ ਪਿਓਰ ਹੈਗੇ, ਖਰਾ ਸੋਨਾ ਹੈਗਾ, ਕੋਈ ਮਿਲਾਵਟ ਨਹੀਂ ਹੈਗੀ ਉਹਦੇ ਵਿੱਚ। ਜਿਨ੍ਹਾਂ ਨੂੰ ਨਾਮ ਨਹੀਂ ਵਿਸਰਦਾ, ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਿਆ। ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਮਨ ਤਨ ਹੋਏ ਨਿਹਾਲ ਤੁਮੈ ਸੰਗ ਭੇਟਿਆ। ਸੁਖ ਪਾਇਆ ਜਨ ਪ੍ਰਸਾਦ ਦੁੱਖ ਸਭ ਮੇਟਿਆ ਰਹਾਓ। ਕਹਿੰਦੇ ਐਸੇ ਜਨ ਦੇ ਪ੍ਰਸਾਦ ਦੇ ਨਾਲ, ਐਸੇ ਜਿਹੜੇ ਹੈਗੇ ਜਿਹੜੇ ਸਾਈਂ ਦਾ ਰੂਪ ਹੈਗੇ ਆ, ਉਹਨਾਂ ਦੇ ਨਾਲ ਤਾਂ ਮਨ ਔਰ ਤਨ ਨਿਹਾਲ ਹੋ ਜਾਂਦਾ ਉਹਨਾਂ ਦੀ ਸੰਗਤ ਕਰਨ ਦੇ ਨਾਲ। ਮਨ ਤਨ ਹੋਏ ਨਿਹਾਲ, ਮਨ ਵੀ ਔਰ ਤਨ ਵੀ, ਗਿਆਨ ਇੰਦਰੀਆਂ ਕਰਮ ਇੰਦਰੀਆਂ ਸਾਰੀਆਂ ਪਵਿੱਤਰ ਹੋ ਜਾਂਦੀਆਂ। ਮਨ ਵੀ ਪਵਿੱਤਰ, ਮਨ ਦੀ ਮੈਲ ਉਤਰ ਜਾਂਦੀ ਹੈ, ਨਿਹਾਲ ਹੋ ਜਾਂਦਾ, ਖੁਸ਼ਹਾਲ ਹੋ ਜਾਂਦਾ ਜੀਵਨ। ਤੁਮੈ ਸੰਗ ਭੇਟਿਆ, ਉਹਨਾਂ ਦੀ ਸੰਗਤ ਕਰਨ ਦੇ ਨਾਲ। ਸੁਖ ਪਾਇਆ ਜਨ ਪ੍ਰਸਾਦ, ਉਹਨਾਂ ਦੇ ਕਿਰਪਾ ਦੇ ਨਾਲ ਸੁਖ ਮਿਲ ਜਾਂਦਾ ਹੈ ਭਾਈ। ਦੁੱਖ ਸਭ ਮੇਟਿਆ, ਸਾਰਾ ਦਾ ਸਾਰਾ ਦੁੱਖ ਦੂਰ ਹੋ ਜਾਂਦਾ ਹੈ। ਰਹਾਓ। जेते खंड ब्रह्मांड उधारे तिन खे। जो मालक परमात्मा ने सृष्टि खंड ब्रह्मांड, जो भी धरत पताल आकाश जिथे भी इंसान वसदा आ, सारे दे सारे जिहड़े हैगे ਉਹ इंसान की जिथे भी जो भी जूना जो भी जिथे भी जीव हैगे आ, उन्हां ने इंसान ਦੀ ਜੂਨ 'ਚ ਆਉਣਾ ਹੀ ਆਉਣਾ ਹੈ। ਸਾਰੇ ਦੇ ਸਾਰੇ ਐਸੇ ਤਰੀਕੇ ਦੇ ਨਾਲ ਇਹ ਬ੍ਰਹਮ ਗਿਆਨੀ ਹੀ ਉਧਾਰਦੇ ਹੈਗੇ। ਬ੍ਰਹਮ ਗਿਆਨੀ ਦੇ ਥਰੂ ਹੀ ਮਾਲਕ ਪਰਮਾਤਮਾ ਦੀ ਖੇਡ ਇਹ ਜਿਹੜੀ ਹੈਗੀ, ਇਹ ਪੀੜੀ, ਇਹ ਜਿਹੜੀ ਹੈਗੀ, ਇਹ ਵੇਲ ਵੱਧਦੀ ਆ। ਜਿਤੇ ਖੰਡ ਬ੍ਰਹਮੰਡ ਉਧਾਰੇ ਤਿਨੈ ਖੇ। ਜਿਨ ਮਨ ਉੱਠਾ ਆਪ ਪੂਰੇ ਭਗਤ ਸੇ। ਜਿਨ੍ਹਾਂ ਦੇ ਮਨ ਦੇ ਵਿੱਚ ਵਸ ਗਿਆ ਉਹ ਮਾਲਕ ਪਰਮਾਤਮਾ, ਉਹ ਪੂਰੇ ਭਗਤ ਹੈ। ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਿਆ। ਭੇਦ ਨ ਜਾਣੋ ਮੂਲ ਸਾਈਂ ਜਿਹਾ। जेते खंड ब्रह्मांड उधारे तिन्ह खे। जिन मन वसिया आप पूरे भगत से। पूरे भगत आ पाए, पूरे भगत आओ। जिसनों मन्ने आप सोई मानीए। इस तरह हुण मालक परमात्मा ने उन्होंने मन लिया पाए। जिन्होंने मालक ने मन लिया, दुनिया सारी उन्होंने मनूगी पाए। जिसनों मन्ने आप सोई मानीए, ਉਹੀ ਮੰਨਿਆ ਜਾਂਦਾ ਹੈ ਭਾਈ ਲੋਕ ਪਰਲੋਕ ਦੇ ਵਿੱਚ। ਪ੍ਰਗਟ ਪੁਰਖ ਪਰਵਾਨ ਸਭ ਠਾਈ ਜਾਣੀ। ਕਹਿੰਦੇ ਉਹ ਤਾਂ ਪ੍ਰਵਾਨ ਹੋ ਗਿਆ, ਪੁਰਖ ਪਰਮਾਤਮਾ ਦਾ ਰੂਪ ਹੋ ਗਿਆ, ਪ੍ਰਗਟ ਹੋ ਗਿਆ ਸੰਸਾਰ ਦੇ ਵਿੱਚ। ਹਰ ਜਗ੍ਹਾ ਤੇ ਉਹਨੂੰ ਜਿਹੜਾ ਹੈਗਾ ਉਹਦੀ ਸੋਭਾ ਹੋਏਗੀ। ਦਿਨ ਸਰੈਣ ਆਰਾਧ ਸੰਭਾਲੇ ਸਾਹ ਸਾਹ। ਨਾਨਕ ਕੀ ਲੋਚਾਂ ਪੂਰ ਸੱਚੇ ਪਾਤਸ਼ਾਹ। हे मेरे मालका, मेरे उत्ते भी किरपा कर। दिन रात ਜਿਹੜਾ ਹੈਗਾ ਮੈਂ ਤੇਰਾ ਸਿਮਰਨ ਕਰਦਾ ਰਹਾਂ, ਤੈਨੂੰ ਸੰਭਾਲਦੇ ਰਹਾਂ ਹਰੇਕ ਸਾਹ ਦੇ ਨਾਲ। ਮਾਲਕਾ, ਹਰੇਕ ਸਾਹ ਦੇ ਨਾਲ।
दिन सरैणा राज संभाले सा नानक की लोचा पूर सच्चे पातशाह। मेरी इच्छा पूरी कर मेरे मालका। हे अविनाशी, हे प्रभु, मेरी इच्छा पूरी कर। मैनू भी ऐसे सत्संगी मिला दे, मिला के ऐसी गाइडेंस दे विच मैं भी जिहड़ा हैगा तैनू दिन रात आराधां। आसा महला पंजवा। पूर रहा सर्ब ठाए हमारा खसम सोए। ਕਹਿੰਦੇ ਉਹ ਮਾਲਕ ਪਰਮਾਤਮਾ ਉਹ ਆ ਖਸਮ ਸਾਡਾ ਪਾਏ ਜਿਹੜਾ ਹਰ ਜਗ੍ਹਾ ਤੇ ਪੂਰੀ ਤਰ੍ਹਾਂ ਰਮਿਆ ਹੋਇਆ, ਹਰੇਕ ਜਗ੍ਹਾ ਤੇ ਪੂਰਨ ਰੂਪ ਦੇ ਵਿੱਚ ਹੈ ਔਰ ਹਰੇਕ ਜਗ੍ਹਾ ਤੇ ਹੈਗਾ। ਉਹ ਆ ਖਸਮ, ਉਹ ਆ ਮਾਲਕ। ਏਕ ਸਾਹਿਬ ਸਿਰ ਛਤਰ ਦੂਜਾ ਨਾਹੇ ਕੋਏ। ਕਹਿੰਦੇ ਔਰ ਕੋਈ ਦੂਸਰਾ ਨਹੀਂ ਹੈ, ਇੱਕੋ ਹੀ ਸਾਹਿਬ ਆ, ਉਹਦੇ ਹੀ ਸਿਰ ਤੇ ਸਾਰੀ ਸ੍ਰਿਸ਼ਟੀ ਦਾ ਤਾਜ ਹੈਗਾ ਪਾਏ। ਛਤਰ ਕਿਹੜਾ? ਸਾਰੀ ਸ੍ਰਿਸ਼ਟੀ ਦਾ ਛਤਰ, सारी सृष्टि का मालक। पूर रहा सर्ब ठाए हमारा खसम सोए। एक साहिब सिर छत्र, सिर छत दूजा नाहे कोय। ज्यों पावै त्यों राख राखण हारिया। देख लो सरेंडर पाए। ज्यों पावै त्यों राख, टोटल सरेंडर मालका। भावें तू झिड़क ला, भावें तू प्यार कर ला, भावें तू नेड़े कर ला, भावें तू दूर कर ला। ज्यों भावे त्यों राख, राखण हारिया। तू ही रखना हैगा, और कोई ऑप्शन नहीं है मेरे को। तुझ बिन अवर ना कोई नदर निहालिया। मैं चंगी तरह नदर करके निहाल लिया, देख लिया, कोख लिया, जन्मा जन्मा दे विच भटक के। तेरे तो अलावा होर कोई नहीं हैगा, तेरे तो अलावा कोई नहीं हैगा रखण वाला। तुझ बिन अवर ना कोई नदर निहालिया। रहा निहारिया, मैं चंगी तरह निहार के देख लिया। रहाओ प्रत पाले प्रभ आप घट घट सारिए। वो मालक परमात्मा सारिਆਂ ਨੂੰ ਪਾਲ ਰਿਹਾ है और घट घट हरेक ਦੇ ਅੰਦਰ ਹੈਗਾ, हरेक ਦਾ ਸਾਰ ਰਿਹਾ है। प्रत पाले प्रभ आप घट घट सारिए। जिस मने उठा आप तिस ना विसारिए। ਕਹਿੰਦੇ ਜਿਨ੍ਹਾਂ ਦੇ ਮਨ ਦੇ ਵਿੱਚ ਉੱਠ ਜਾਂਦਾ ਹੈ ਮਾਲਕ ਪਰਮਾਤਮਾ, ਉਹ ਫਿਰ ਉਹਨੂੰ ਕਦੀ ਵੀ ਨਹੀਂ ਵਿਸਾਰਦੇ ਪਾਏ। ਜੋ ਕੁਛ ਕਰੇ ਸੋ ਆਪ ਆਪਣ ਭਾਣਿਆ। ਜੋ ਕੁਛ ਵੀ ਕਰਨਾ ਹੈ ਮਾਲਕ ਪਰਮਾਤਮਾ ਨੇ ਉਹਦੇ ਭਾਣੇ ਦੇ ਨਾਲ, ਉਹਨੇ ਆਪਣੀ ਇੱਛਾ ਦੇ ਨਾਲ ਕਰਨਾ ਹੈ। ਉਸ ਦੇ ਉੱਪਰ ਕੋਈ ਨਹੀਂ ਹੈ ਉਹਦਾ ਐਡਵਾਈਜ਼ਰ। ਜੋ ਕੁਛ ਕਰੇ ਸੋ ਆਪ ਆਪਣ ਭਾਣਿਆ। ਭਗਤਾਂ ਕਾ ਸਹਾਈ ਜੁਗ ਜੁਗ ਜਾਣਿਆ। ਉਹ ਭਗਤਾਂ ਦਾ ਸਹਾਈ ਹੈਗਾ ਭਾਈ, ਭਗਤਾਂ ਦਾ ਮਿੱਤਰ ਹੈਗਾ। ਜੁਗਾਂ ਜੁਗਾਂ ਤੋਂ ਜਿਹੜਾ ਹੈਗਾ, ਜੁਗਾਂ ਜੁਗਾਂ ਤੋਂ ਉਹ ਜਾਣਿਆ ਮਾਲਕ ਪਰਮਾਤਮਾ ਪ੍ਰਗਟ ਹੈਗਾ ਭਾਈ ਭਗਤਾਂ ਦੇ ਅੰਦਰ। ਭਗਤਾਂ ਦਾ ਸਹਾਈ, ਜੁਗਾਂ ਜੁਗਾਂ ਤੋਂ ਭਗਤਾਂ ਦਾ ਸਹਾਈ ਹੈ। ਆਹੀ ਇੱਕੋ ਹੀ ਹੈ ਮਾਲਕ ਪਰਮਾਤਮਾ ਭਗਤਾਂ ਦਾ। ਜਪ ਜਪ ਹਰ ਕਾ ਨਾਮ ਕਦੇ ਨਾ ਚੋਰੀ ਹੈ। ਕਹਿੰਦੇ ਉਹ ਮਾਲਕ ਪਰਮਾਤਮਾ ਦੀ ਭਗਤੀ ਕਰਨ ਦੇ ਨਾਲ, ਉਹਦਾ ਧਿਆਨ ਸਿਮਰਨ ਕਰਨ ਦੇ ਨਾਲ, ਉਹਦਾ ਨਾਮ ਜਪਣ ਦੇ ਨਾਲ ਕਹਿੰਦੇ ਚੁਰਨਾ ਨਹੀਂ ਪੈਂਦਾ, ਦੁਖੀ ਨਹੀਂ ਹੋਣਾ ਪੈਂਦਾ। ਨਾਨਕ ਦਰਸ ਪਿਆਸ ਲੋਚਾਂ ਪੂਰੀ ਹੈ। ਹੇ ਮਾਲਕ ਪਰਮਾਤਮਾ, ਇਸ ਤਰੀਕੇ ਦੇ ਨਾਲ ਉਹ ਮਾਲਕ ਪਰਮਾਤਮਾ ਜਿਹੜੇ ਉਹਦਾ ਧਿਆਨ ਸਿਮਰਨ ਕਰਦੇ ਆ, ਉਹਨਾਂ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ। ਉਹਨਾਂ ਦੇ ਅੰਦਰ ਦਰਸ਼ਨਾਂ ਦੀ, ਜਿਨ੍ਹਾਂ ਦੇ ਅੰਦਰ ਪਿਆਸ ਹੁੰਦੀ ਹੈ, ਉਹ ਉਹਨਾਂ ਦੀ ਲੋਚ ਇੱਛਾ ਜਿਹੜੀ ਹੈਗੀ ਪੂਰੀ ਕਰ ਦਿੰਦਾ ਹੈ। ਇੱਕ ਹੋਰ ਲੈ ਲਈਏ ਜੀ। ਆਸਾ ਮਹੱਲਾ ਪੰਜਵਾਂ। ਕਿਆ ਸੋਵੇਂ ਨਾਮ ਵਿਸਾਰ ਗਾਫਲ ਗਹਿ ਲਿਆ। ਕਿ ਮਨੁੱਖੀ ਜੂਨ ਪਾਈ ਹੋਈ ਆ ਔਰ ਨਾਮ ਵੱਲ ਤੇਰਾ ਧਿਆਨ ਹੀ ਨਹੀਂ ਹੈ। ਪੂਰਾ ਮਾਇਆ ਵੱਲ ਪੂਰੀ ਤਰ੍ਹਾਂ ਜਾਗਰੂਕ ਹੈਗਾ, 24/7 ਲੱਗਿਆ ਹੋਇਆ ਹੈ। ਜਿਹੜਾ ਹੈਗਾ ਦਬਾ ਦਬ ਹੁੱਕ ਐਂਡ ਕਰੁੱਕ, ਚਾਰ ਸਪੇਰੇ ਜਿਹੜਾ ਹੈਗਾ ਖਲਾਰਾ ਪਾਇਆ ਹੋਇਆ। ਇਹ ਮੋਹ ਮਾਇਆ ਦਾ ਜਾਲ ਵਿਛਾਇਆ ਹੋਇਆ ਹੈ। ਕਿ ਇੰਨਾ ਗਾਫਲ ਹੋਇਆ ਪਿਆ, ਇੰਨਾ ਗਹਿਲਾ ਹੈਗਾ ਤੂੰ। ਬਿਲਕੁਲ ਤੇਰੇ ਅੰਦਰ ਤੇਰੇ ਅੰਦਰ ਸੋਚ ਹੀ ਹੈ ਨਹੀਂ ਗੀ। ਕਿਆ ਸੋਵੇਂ ਨਾਮ ਵਿਸਾਰ ਗਾਫਲ ਗਹਿ ਲਿਆ। ਕਿਤੀ ਇਤ ਦਰਿਆਏ ਵੰਜਨ ਵਹਿੰਦਿਆਂ। ਤੈਨੂੰ ਨਹੀਂ ਦਿਸ ਰਿਹਾ ਕਿੰਨੇ ਕੁ ਜਿਹੜੇ ਦਰਿਆ ਦੇ ਵਿੱਚ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਵਗੀ ਜਾ ਰਹੇ ਤੇਰੇ ਸਾਹਮਣੇ। ਕਿੰਨੇ ਕੁ ਜਿਹੜੇ ਹੈਗੇ ਅਣਗਿਣਤ ਜਿਹੜੇ ਹੈਗੇ ਵਗੀ ਜਾ ਰਹੇ ਤੇਰੇ ਸਾਹਮਣੇ ਇਸ ਦਰਿਆ ਦੇ ਵਿੱਚ, ਇਸ ਤਰੀਕੇ ਦੇ ਨਾਲ ਜਿਵੇਂ ਤੂੰ ਗਾਫਲ ਹੋਇਆ ਪਿਆ ਹੈ, ਜੋ ਤੂੰ ਕਰ ਰਿਹਾ ਹੈ। ਬੋਹਿ ਤੜਾ ਹਰ ਚਰਨ ਮਨ ਚੜ ਲੰਗੀਏ।
ਕੋਈ ਜੇ ਨਹੀਂ ਤੂੰ ਜਿਹੜਾ ਹੈਗਾ ਜੇ ਚਾਹੁੰਦਾ ਹੈ ਨਹੀਂ ਡੁੱਬਣਾ ਇਸ ਦਰਿਆ ਦੇ ਵਿੱਚ, ਤੇ ਪਰਮੇਸ਼ਰ ਦੇ ਨਾਮ ਨੂੰ ਪਰਮੇਸ਼ਰ ਦੇ ਇਸ ਸ਼ਬਦ ਨੂੰ ਜਿਹੜਾ ਬੋਹਿਤ ਬਣਾ ਲਾ। ਪਰਮੇਸ਼ਰ ਦੇ ਚਰਨ ਆਹੀ ਹੈ ਭਾਈ, ਬੋਹਿਤੜਾ ਹਰ ਚਰਨ ਮਨ ਚੜੇ ਲੰਘੀਏ। ਮਨ ਨੇ ਲੰਘਣਾ ਹੈ ਭਾਈ, ਮਨ ਦੇ ਨਾਲ ਭਗਤੀ ਹੋਣੀ ਹੈ। 8 ਪੈਰ ਗੁਣ ਗਾਏ ਸਾਧੂ ਸੰਗੀਏ ਰਾਹੋ। ਸਾਧੂ ਗੁਰੂ ਬ੍ਰਹਮ ਗਿਆਨੀ ਉਹਨਾਂ ਦੀ ਸੰਗਤ ਦੇ ਵਿੱਚ 8 ਪੈਰ ਜਿਹੜਾ ਹੈਗਾ ਇਹ ਪਰਮੇਸ਼ਰ ਦੀ ਭਗਤੀ ਕਰ। ਗੁਣ ਗਾ, ਗੁਣ ਆਪਾਂ ਨੇ ਗ੍ਰਹਿਣ ਕਰਨੇ ਆ। ਗੁਣ ਲੈ ਕੇ, ਔਰ ਸਭ ਤੋਂ ਵੱਡਾ ਗੁਣ ਹੈ ਮਾਲਕ ਪਰਮਾਤਮਾ ਦੀ ਬੰਦਗੀ, ਉਹ ਧਿਆਨ ਸਿਮਰਨ ਉਹਦਾ ਜਿਹੜਾ ਹੈਗਾ ਅੰਦਰ ਆਪਣੇ ਵੜਨਾ। 8 ਪਹਿਰ ਗੁਣ ਗਾਏ ਸਾਧੂ ਸੰਗੀਏ ਰਹਾਓ। ਭੋਗੈ ਭੋਗ ਅਨੇਕ ਵਿਣ ਨਾਮੈ ਸੁੰਝਿਆ। ਕਹਿੰਦੇ ਇੰਨੇ ਭੋਗ ਭੋਗ ਰਹੇ ਆ ਨਾਮ ਤੋਂ ਬਗੈਰ, ਨਾਮ ਤੋਂ ਸਖਣਾ, ਨਾਮ ਵਾਲੀ ਗੱਲ ਨਹੀਂ ਹੈ ਤੇਰੇ ਅੰਦਰ। ਆ ਤਾਂ ਬਿਲਕੁਲ ਕਰਦਾ ਹੀ ਨਹੀਂ ਹੈਗਾ। ਭੋਗੈ ਭੋਗ ਅਨੇਕ ਵਿਣ ਨਾਮੈ ਸੁੰਝਿਆ। ਹਰ ਕੀ ਭਗਤ ਬਿਨਾ ਮਰ ਮਰ ਰੁੰਨਿਆ। ਔਰ ਫਿਰ ਜਿਹੜਾ ਹੈ ਪਰਮਾਤਮਾ ਦੀ ਭਗਤੀ ਨਹੀਂ ਹੈਗੀ ਤੇ ਭਾਈ ਬਾਰ ਬਾਰ ਜਨਮ ਮਰਨ ਦੇ ਗੇੜ 'ਚ ਪੈ ਕੇ ਰੁੰਨਾ, ਕਹਿੰਦੇ ਰੋਂਦਾ ਰਹੇਗਾ। ਭੋਗੈ ਭੋਗ ਅਨੇਕ ਵਿਣ ਨਾਮੈ ਸੁੰਝਿਆ। ਨਾਮ ਤੋਂ ਬਗੈਰ ਖਾਲੀ ਹੈ, ਸੁੰਝਾ ਹੈਗਾ, ਕੁਛ ਵੀ ਨਹੀਂ ਹੈ ਤੇਰੇ ਅੰਦਰ। ਹਰ ਕੀ ਭਗਤ ਬਿਨਾ ਮਰ ਮਰ ਰੁੰਨਿਆ। ਕੱਪੜ ਭੋਗ ਸੁਗੰਧ ਤਨੇ ਮਰਦਨ ਮਾਲਣਾ। ਕਹਿੰਦਾ ਇਨਸਾਨ ਦੇਖ ਲਓ ਕਿੰਨੇ ਸੋਹਣੇ ਕੱਪੜੇ, ਕਿੰਨੇ ਭੋਗ ਵਿਲਾਸ ਕਰਦਾ, ਕਿੰਨੀ ਸੁਗੰਧਤ ਜਿਹੜੀ ਹੈ, ਸੈਂਟ ਸੁੰਟ ਅਤਰ ਸਾਰਾ ਛਿੜਕਦਾ ਹੈ, ਮਰਦਨ ਕਰਦਾ ਹੈ, ਸਰੀਰ ਦੇ ਉੱਤੇ ਮਲਦਾ ਹੈ। ਬਿਨ ਸਿਮਰਨ ਤਨ ਛਾਰ ਸਰ ਪਰ ਚਾਲਣਾ। ਸਿਮਰਨ ਤੋਂ ਬਗੈਰ ਇਹ ਸਰੀਰ ਜਿਹੜਾ ਹੈਗਾ ਸੁਆਹ ਤੇ ਮਿੱਟੀ ਹੋ ਜਾਣਾ। ਪਿਆਰਿਆ ਤੈਨੂੰ ਡੈਫੀਨੇਟਲੀ ਇਹਨੂੰ ਛੱਡ ਕੇ ਤੁਰਨਾ ਪੈਣਾ ਹੈ। ਸਰ ਪਰ ਮਤਲਬ ਮਸਟ, ਡੈਫੀਨੇਟਲੀ ਚੱਲਣਾ ਹੈਗਾ ਖਾਲੀ ਹੱਥ। ਮਹਾ ਬਿਖਮ ਸੰਸਾਰ ਵਿਰਲੇ ਭੇਖਿਆ। ਟਾਵੇਂ ਹੈਗੇ ਜਿਹੜੇ ਸੁਣ ਲੈਂਦੇ ਆ ਗੁਰੂ ਦੀ ਗੱਲ, ਆ ਸਾਰਾ ਗਿਆਨ ਲੈ ਲੈਂਦੇ ਆ। ਮਹਾ ਬਿਖਮ, ਉਹਨਾਂ ਨੂੰ ਲੱਗਦਾ ਹੈ ਭਾਈ ਇਹ ਤਾਂ ਬੜਾ ਔਖਾ ਹੈ, ਇਹ ਸੰਸਾਰ ਜਿਹੜਾ ਵਿਸ਼ੇ ਵਿਕਾਰਾਂ ਦਾ ਇਹ ਤਰਨਾ ਬੜਾ ਔਖਾ ਹੈਗਾ। ਇਹ ਸਵਾਦ ਛੱਡਨੇ, ਝੋਗਾ ਛੱਡਣਾ, ਇਹ ਸਾਰਾ। ਮਹਾ ਬਿਖਮ ਸੰਸਾਰ ਵਿਰਲੇ ਭੇਖਿਆ। ਕੋਈ ਟਾਵਾਂ ਜਿਹੜਾ ਹੈਗਾ ਉਹਨੂੰ ਉਹ ਥੋੜ੍ਹਾ ਜਿਹਾ ਜਿਹੜਾ ਹੈਗਾ ਜਾਗਦਾ ਹੈ, ਮਾੜਾ ਜਿਹਾ ਜਦ ਉਹਦੇ ਸਿਰ 'ਤੇ ਮਾੜਾ ਜਿਹਾ ਥੋੜ੍ਹਾ ਜਿਹਾ ਦੁੱਖ ਪੈਂਦੇ ਆ ਤੇ ਜਾਗ ਪੈਂਦਾ ਹੈ। ਮਹਾ ਬਿਖਮ ਸੰਸਾਰ ਕੋਈ ਟਾਵਾਂ ਵਿਰਲਾ। ਮਹਾ ਬਿਖਮ ਸੰਸਾਰ ਵਿਰਲੇ ਭੇਖਿਆ। ਛੂਟਨ ਹਰ ਕੀ ਸਰਣ ਲੇਖ ਨਾਨਕ ਲੇਖਿਆ। ਬਸ ਫਿਰ ਉਹਨੂੰ ਪਤਾ ਲੱਗਦਾ ਹੈ ਭਾਈ ਮਾਲਕ ਪਰਮਾਤਮਾ ਦੀ ਸ਼ਰਣੀ ਪੈਣਾ ਹੈ ਭਾਈ। ਉਸ ਛੁੱਟਣ ਉੱਥੋਂ ਹੀ ਹੈਗੀ, ਉਸ ਤੋਂ ਹੋਰ ਕੋਈ ਤਰੀਕਾ ਨਹੀਂ ਹੈਗਾ ਛੁੱਟਣ ਦਾ। ਔਰ ਸਾਰਿਆਂ ਦੇ ਸਿਰ 'ਤੇ ਜਿਹੜਾ ਹੈਗਾ ਸਾਰਿਆਂ ਦੇ ਆਹੀ ਲੇਖ ਹੈਗਾ, ਇਹੀ ਸਾਰਿਆਂ ਦੇ ਵਾਸਤੇ ਕਾਨੂੰਨ ਹੈਗਾ ਮਾਲਕ ਪਰਮਾਤਮਾ ਦਾ। ਔਰ ਆਹੀ ਲੇਖ ਹਰੇਕ ਦੇ ਮੱਥੇ 'ਤੇ ਲਿਖਿਆ ਹੈ ਭਾਈ ਭਗਤੀ ਵਾਲਾ। ਇਸੇ ਦੇ ਨਾਲ ਹੀ ਛੁੱਟ ਸਕਦੇ ਹਾਂ ਆਪਾਂ, ਹੋਰ ਕੋਈ ਤਰੀਕਾ ਨਹੀਂ ਹੈਗਾ ਛੁੱਟਣ ਦਾ। ਇਹ ਮਹਾਬਿਕਮ ਸੰਸਾਰ ਨੂੰ ਲੰਘਣ ਦਾ ਹੋਰ ਕੋਈ ਜ਼ਰੀਆ, ਕੋਈ ਤਰੀਕਾ ਮਾਲਕ ਨੇ ਬਣਾਇਆ ਹੀ ਨਹੀਂ ਹੈਗਾ। ਉਸ ਕਰਤੇ ਨੇ ਸੰਸਾਰ ਬਣਾਇਆ, ਕਰਤੇ ਨੇ ਆਪਾਂ ਨੂੰ ਸਾਰਾ ਬਣਾਇਆ, ਕਰਤੇ ਨੇ ਸਾਰਾ ਆਕਾਰ ਬਣਾਇਆ। ਉਸ ਨੇ ਆਹੀ ਇੱਕ ਜਿਹੜਾ ਡਿਜ਼ਾਈਨਰ ਕਹਿ ਰਿਹਾ ਬਈ ਉਸ ਨੇ ਹੋਰ ਕੋਈ ਦੂਸਰਾ ਡਿਜ਼ਾਈਨ ਹੀ ਨਹੀਂ ਕੀਤਾ। ਅਤੇ ਆਪਾਂ ਨੂੰ ਕਿਵੇਂ ਜਿਹੜਾ ਹੈਗਾ ਇਸ ਮਹਿਲ ਦੇ ਵਿੱਚ, ਇਸ ਸੰਸਾਰ ਦੇ ਵਿੱਚ ਆਪਾਂ ਨੂੰ ਕੋਈ ਹੋਰ ਦਰਵਾਜ਼ਾ ਲੱਭ ਜੂਗਾ। ਜਦ ਉਹ ਕਹਿੰਦਾ ਮੈਂ ਬਣਾਇਆ ਨਹੀਂ, ਬਣਾਉਣ ਵਾਲੇ ਨੇ ਜਿਹਨੇ ਮਹਿਲ ਬਣਾਇਆ ਉਹ ਕਹਿੰਦਾ ਦਰਵਾਜ਼ਾ ਤਾਂ ਮੈਂ ਇੱਕੋ ਹੀ ਰੱਖਿਆ, ਆਹੀ ਰੱਖਿਆ। ਆਪਾਂ ਕਿਵੇਂ ਜਿਹੜੇ ਹੈਗੇ ਹੋਰ ਦੇ ਹੋਰ ਦਰਵਾਜ਼ੇ ਲੱਭ ਰਹੇ ਭਾਈ। ਮਹਾ ਵਿਖਮ ਸੰਸਾਰ ਵਿਰਲੇ ਭੇਖਿਆ। ਛੂਟਨ ਹਰ ਕੀ ਸਰਣ ਲੇਖ ਨਾਨਕ ਲੇਖਿਆ। ਹਾਂਜੀ 110 ਹੋ ਗਿਆ। ਔਰ ਲੜੀ ਦੇ 8 ਮੋਤੀ ਹੋਏ। ਵੱਡੀ ਲੜੀ ਆ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਸੰਗਤ ਨੂੰ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਵਾਹਿਗੁਰੂ ਜੀ ਸਾਰੀ ਸੰਗਤ ਨੂੰ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ